ਮਿਡ ਟਰਮ ਐਗਜ਼ਾਮ ਹੁੰਦੇ ਨੇ ਉਹ ਤਾਂ ਤੁਸੀਂ ਪਾਸ ਕਰ ਲਏ। ਹੁਣ ਫਾਈਨਲ ਪੇਪਰ ਆ ਗਏ ਨੇ, ਕਿੰਨੀ ਕੁ ਤਿਆਰੀ ਤੁਹਾਡੀ? ਤੁਹਾਨੂੰ ਕਿਉਂ ਲੱਗਦਾ ਕਿ ਦਾਖਾ ਦੇ ਲੋਕ ਇੱਕ ਵਾਰ ਫਿਰ ਤੁਹਾਡੇ ਤੇ ਭਰੋਸਾ ਕਰਨਗੇ? ਭਰੋਸਾ ਦੇ ਕਿਹੜਾ ਤੋੜਿਆ, ਉਹਨਾਂ ਦਾ ਭਰੋਸਾ ਤਾਂ ਬਣਿਆ ਹੀ ਹੋਇਆ ਵਾ ਨਾ। ਸੰਦੀਪ ਸੰਧੂ ਹੁਣੀ ਤਾਂ 2.5 ਸਾਲਾਂ ਤੋਂ ਕੋਈ ਭੋਗ ਕੋਈ ਵਿਆਹ ਉਹਨਾਂ ਨੇ ਵੀ ਨਹੀਂ ਛੱਡਿਆ, ਹਰ ਜਗ੍ਹਾ ਤੇ ਲੋਕਾਂ ਨਾਲ ਵਿਚਰ ਰਹੇ ਨੇ, ਤੇ ਫਿਰ ਮਨਪ੍ਰੀਤ ਯਾਲੀ ਹੋਣ ਲਈ ਮੁਕਾਬਲਾ ਸਖਤ ਹੋ ਗਿਆ। ਹੁਣ ਇਹਨੇ ਮੀਟਿੰਗ ਬੁਲਾਈ ਥੋੜ੍ਹੇ ਦਿਨ ਪਹਿਲਾਂ ਵੀ ਮੈਂ ਹੁਣ ਹਾਰ ਗਿਆ, ਹੁਣ ਨਹੀਂ ਆਉਂਦਾ। ਕਾਂਗਰਸ ਦੇ ਵਰਕਰਾਂ ਨੂੰ ਕਹਿ ਰਿਹਾ ਕਿ ਉਹਨਾਂ ਨੂੰ ਪਤਾ, ਕਹਿੰਦੇ ਇਹਨੇ ਹਾਰ ਵੀ ਜਾਣਾ ਤੇ ਮੁੜ ਕੇ ਵੀ ਨਹੀਂ ਆਉਣਾ, ਅਸੀਂ ਕਿਉਂ ਪੰਗੇ ਲਈਏ। ਜੇ ਤੁਹਾਨੂੰ ਫਿਰ ਤੋਂ ਲੋਕ ਚੁਣਦੇ ਨੇ ਤਾਂ ਤੁਸੀਂ ਇਸ ਹਲਕੇ ਦੇ ਲਈ ਹੋਰ ਕੀ ਕਰਨਾ ਹੈ? ਲੇਕਿਨ ਇਹ ਤਾਂ ਬਹੁਤ ਕੁਝ ਵੱਖਰਾ ਕਰਾਂਗੇ ਵੀ ਜਿਹੜਾ ਅੱਜ ਤੱਕ ਨਹੀਂ ਹੋਇਆ ਹੋਊਗਾ, ਤੇ ਮੇਰੀ ਕੋਸ਼ਿਸ਼ ਆ। ਸਿਆਸੀ ਜ਼ਮੀਨ ਤੇ ਤੁਹਾਡਾ ਕੋਈ ਮੁਕਾਬਲਾ ਕਿਹਦੇ ਨਾਲ ਹੈ? ਵੀ ਉਹਨਾਂ ਕੋਲੇ 30% 28-30% ਵੋਟ ਆ ਕਾਂਗਰਸ ਕੋਲ, ਇੱਥੇ ਜਿੰਨੀ ਪੋਲ ਹੋਣੀ ਉਹਦੀ 30% ਆ, ਉਹਦੀ 30% ਇਹਨਾਂ ਨੂੰ ਮੁਕਾਬਲਾ ਕਿਸੇ ਨਾਲ ਵੀ ਨਹੀਂ। ਫਿਰ ਇਨਕਮ ਟੈਕਸ ਦੀ ਰੇਡਾਂ ਪੈਂਦੀਆਂ, ਕਹਿੰਦੇ ਯਾਲੀ ਉਹਨਾਂ ਕੋਲ ਪੈਸਾ ਬੜਾ, ਜ਼ਮੀਨਾਂ ਬੜੀਆਂ ਨੇ। ਬਿਲਕੁਲ ਹੈਗੀਆਂ ਨੇ, ਟਰੱਕ ਚੱਲਦੇ ਰਹੇ ਤੇ 10 ਸਾਲ ਸਰਕਾਰ ਹੀ ਹੈ ਸਾਡੀ। ਜੇ ਇੱਕ ਟਰੱਕ ਸਾਡੇ ਵਗਾਰ ਤੇ ਵੀ ਆਏ, ਰੋਜ਼ ਇੱਕ ਟਿੱਪਰ ਲੱਗਦਾ ਮੇਰੇ ਰੇਤੇ ਤੇ, ਕਿਸੇ ਵੀ ਗੱਲ ਦੇ ਵਿੱਚ ਸਾਬਤ ਕਰ ਦੇਣ, ਆਪਾਂ ਉੱਥੇ ਪੋਲਿਟਿਕਸ ਛੱਡਦੇ ਹਾਂ। ਬੀਜੇਪੀ ਤੇ ਆਰੋਪ ਲੱਗਦੇ, ਕਹਿੰਦੇ ਏਜੰਸੀਆਂ ਦਾ ਇਸਤੇਮਾਲ ਕਰਦੇ ਲੀਡਰਾਂ ਨੂੰ ਆਪਣੇ ਵੱਲ ਖਿੱਚਣ ਲਈ। ਜੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਰੇਡ ਪਈ, ਆਪਣੇ ਵੱਲ ਖਿੱਚਣ ਲਈ ਉਹ ਪ੍ਰੈਸ਼ਰ ਵਾਲਾ ਤਾਂ ਨਹੀਂ ਤੁਹਾਨੂੰ ਕਦੀ ਮਹਿਸੂਸ ਜਾਂ ਕੋਈ ਮੈਸੇਜ ਆਇਆ ਇੱਦਾਂ ਦਾ? ਉਹ ਹਾਂ ਕੀਤੀ ਕੋਸ਼ਿਸ਼, ਬੀਜੇਪੀ ਨੇ ਕੀਤੀ, ਬੀਜੇਪੀ ਨੇ ਵੀ ਕੀਤੀ, ਆਮ ਆਦਮੀ ਨੇ ਵੀ ਕੀਤੀ ਆ। ਉਹ ਆਮ ਆਦਮੀ ਨੇ ਕਹਿੰਦੇ ਸੀ ਚਾਹੁੰਦੇ ਦੱਸੋ ਕੀ ਹੈ ਜੋ ਕੌਣ ਕਹਿੰਦਾ? ਚਲੋ ਉਹਨਾਂ ਦਾ ਲੀਡਰ ਜਿਹੜਾ ਇੰਚਾਰਜ ਸੀ ਉਹ ਕਹਿੰਦਾ ਸੀਗਾ। ਹਰ ਦੋ ਨੇ, ਰਾਘਵ ਚੱਡਾ ਤੇ ਇੱਕ ਜਰਨਲ। ਫਿਰ ਦੱਸ ਦਿਓ, ਫਿਰ ਤੁਸੀਂ ਲਾ ਲਓ ਵੀ ਕਹਿੰਦਾ ਹੋਊ, ਮੇਰੇ ਕੋਲ ਤਾਂ ਪ੍ਰੂਫ ਵੀ ਹੈਗੇ ਨੇ, ਮੈਂ ਤੁਹਾਨੂੰ ਕਾਲਸ ਵੀ ਦਿਖਾ ਸਕਦਾ। ਬੜਾ ਐਲੀਗੇਸ਼ਨ ਲਾ ਰਹੇ ਹੋ ਤੁਸੀਂ। ਐਲੀਗੇਸ਼ਨ ਥੋੜੀ ਆ ਵੀ ਅਗਲਾ ਕੋਸ਼ਿਸ਼ ਕਰਦਾ ਵੀ ਮੀਟਿੰਗ ਕਰ ਲਓ, ਮੈਂ ਕਰਨੀ ਨਹੀਂ। ਇੰਚਾਰਜ ਸਾਹਿਬ ਕੀ ਕਹਿੰਦੇ, ਥੋੜਾ ਹੋਰ ਵਿਸਤਾਰ ਨਾਲ ਦੱਸ ਦਿਓ। ਉਹਨਾਂ ਨੂੰ ਇਹ ਸੀ ਵੀ ਪਤਾ ਨਹੀਂ ਸੀ, ਚੰਗੇ ਬੰਦੇ ਨੂੰ ਲੈ ਕੇ ਆਈਏ ਵੀ ਕਿਵੇਂ ਨਾ ਕਿਵੇਂ ਕੀ ਚਾਹੁੰਦੇ ਕਰਦੇ ਸੀਗੇ ਤੁਹਾਨੂੰ? ਅਪਰੋਚ ਕਰਦੇ ਸੀ, ਫੋਨ ਵੀ ਕਰਦੇ ਸੀ। ਜੇ ਅਕਾਲੀ ਦਲ ਇਹੋ ਜਿਹੀ ਪੋਜੀਸ਼ਨ ਦੇ ਵਿੱਚ ਆ ਗਿਆ ਕਿ ਲਾਰਜੈਸਟ ਪਾਰਟੀ ਬਣ ਜਾਂਦਾ ਔਰ ਅਲਾਈਅੰਸ ਦੇ ਲਈ ਬੀਜੇਪੀ ਦੀ ਲੋੜ, ਔਰ ਬੀਜੇਪੀ ਵੀ ਉਸ ਸਥਿਤੀ ਦੇ ਵਿੱਚ ਹੋਵੇ ਕਿ ਦੋਵੇਂ ਪਾਰਟੀਆਂ ਸਰਕਾਰ ਬਣਾ ਸਕਦੀਆਂ, ਮਨਪ੍ਰੀਤ ਯਾਲੀ ਉਹਨਾਂ ਦੀ ਕੀ ਸਲਾਹ ਹੋਏਗੀ ਉਸ ਵੇਲੇ? 2019 ਦੇ ਬਾਈ ਇਲੈਕਸ਼ਨ ਤੇ ਨਹੀਂ ਭੁੱਲੇ ਹੋਵੋਗੇ। ਅਕਸਰ ਚਰਚਾ ਹੀ ਹੁੰਦੀ ਹੈ, ਜਿਸ ਪਾਰਟੀ ਦੀ ਸੂਬੇ ਦੇ ਅੰਦਰ ਸਰਕਾਰ ਹੁੰਦੀ ਹੈ, ਬਾਈ ਇਲੈਕਸ਼ਨ ਵੀ ਉਹੀ ਪਾਰਟੀ ਜਿੱਤਦੀ ਹੈ। ਪਰ 2019 ਦੇ ਵਿੱਚ 4 ਸੀਟਾਂ ਤੇ ਜਿਹੜੇ ਬਾਈ ਇਲੈਕਸ਼ਨ ਹੋਏ, ਉੱਥੋਂ ਦਾਖਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਯਾਲੀ ਵਿਧਾਨ ਸਭਾ ਦੇ ਵਿੱਚ ਪਹੁੰਚੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਰਜ ਕਰਵਾਈ, ਔਰ ਇਸ ਨਤੀਜੇ ਨੂੰ ਇੱਕ ਇਤਿਹਾਸ ਦੇ ਤੌਰ ਤੇ ਦਰਜ ਕਰ ਦਿੱਤਾ, ਕਿਉਂਕਿ ਬਾਈ ਇਲੈਕਸ਼ਨ ਹੋਏ, ਪਾਰਟੀ ਕਾਂਗਰਸ ਦੀ ਸੀ, ਸਰਕਾਰ ਕਾਂਗਰਸ ਦੀ ਸੀ, ਪਰ ਬਾਈ ਇਲੈਕਸ਼ਨ ਅਕਾਲੀ ਦਲ ਜਿੱਤਦੀ ਹੈ। ਆ ਗਏ ਨੇਤਾ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਨੇ ਮਨਪ੍ਰੀਤ ਸਿੰਘ ਯਾਲੀ। ਸ਼੍ਰੋਮਣੀ ਅਕਾਲੀ ਦਲ ਨੇ ਦਾਖਾ ਤੋਂ ਇਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ। ਸਾਡੇ ਨਾਲ ਨੇ ਮਨਪ੍ਰੀਤ ਸਿੰਘ ਯਾਲੀ। ਯਾਲੀ ਸਾਹਿਬ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। ਜਿਹੜੇ ਸਕੂਲ 'ਚ ਮਿਡ ਟਰਮ ਐਗਜ਼ਾਮ ਹੁੰਦੇ ਨੇ ਉਹ ਤਾਂ ਤੁਸੀਂ ਪਾਸ ਕਰ ਲਏ, ਹੁਣ ਫਾਈਨਲ ਪੇਪਰ ਆ ਗਏ ਨੇ, ਕਿੰਨੀ ਕੁ ਤਿਆਰੀ ਤੁਹਾਡੀ? ਪੂਰੀ ਤਿਆਰੀ ਹੈ, ਲੋਕਾਂ ਦੇ ਨਾਲ ਬੜੀਆਂ ਪਰਿਵਾਰਕ ਸੰਬੰਧ ਨੇ, ਲੰਬੇ ਸਮੇਂ ਤੋਂ ਵਿਚਰਦੇ ਆਏ ਆ। ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਪਿੰਡਾਂ ਦੇ ਵਿੱਚ ਕਰਵਾਏ ਨੇ, ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਲੋਕਾਂ ਨਾਲ ਜੁੜੇ ਰਹੇ ਹਾਂ ਅਸੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਹੀ ਰਹਿਣੇ। ਨਹੀਂ ਤਾਂ ਇੱਥੇ ਲੀਡਰ ਆਉਂਦੇ ਨੇ, ਵੋਟਾਂ ਲੈਣੀ ਆਉਂਦੇ ਨੇ, ਬਾਅਦ ਦੇ ਵਿੱਚ ਕੋਈ ਆਉਂਦਾ ਨਹੀਂ ਹੈਗਾ। ਸੋ ਲੇਕਿਨ ਅਸੀਂ ਹਮੇਸ਼ਾ ਲੋਕਾਂ ਦੇ ਵਿੱਚ ਰਹਿੰਦੇ ਹਾਂ। ਆ ਪਿੱਛੇ ਜਦੋਂ 5 ਸਾਲ ਪਹਿਲਾਂ ਫੂਲਕਾ ਸਾਹਿਬ MLA ਬਣ ਗਏ, ਦਿੱਲੀ ਤੋਂ ਆਏ ਸੀਗੇ, ਠੀਕ ਆ, ਉਦੋਂ ਇੱਕ ਲਹਿਰ ਸੀਗੀ ਚੱਲ ਰਹੀ, ਉਹ ਬਣ ਕੇ ਮੁੜ ਕੇ ਆਈ ਨਹੀਂ ਹੈਗੀ ਇੱਥੇ। ਫਿਰ ਉਹਨਾਂ ਨੇ ਰਿਜ਼ਾਈਨ ਕਰਤਾ, ਉਹ ਬਾਈ ਇਲੈਕਸ਼ਨ ਲੜਨੀ ਪਈ, ਸਾਨੂੰ ਸਰਕਾਰ ਨਾਲ ਟੱਕਰ ਲਾਉਣੀ ਪਈ। ਉਦੋਂ ਵੀ ਲੋਕਾਂ ਨੇ ਬੜਾ ਸਾਥ ਦਿੱਤਾ, ਬੜੀਆਂ ਧੱਕੇਸ਼ਾਹੀਆਂ ਜਾਤੀਆਂ ਹੋਈਆਂ, ਪਰ ਲੋਕ ਸਾਡੇ ਨਾਲ ਰਹੇ ਡਟ ਕੇ। ਤੇ 2.5 ਸਾਲ ਵੀ ਉਸ ਜਿਹੜੀ ਹਾਰ ਹੋਈ ਹੈ ਕਾਂਗਰਸ ਦੀ, ਉਹਦਾ ਬਦਲਾ ਬੜਾ ਲਿਆ ਗਿਆ, ਬੜਾ ਪਰੇਸ਼ਾਨ ਕੀਤਾ ਗਿਆ ਸਾਡੇ ਵਰਕਰਾਂ ਨੂੰ। ਸਰਪੰਚ ਸਾਡੇ ਸਸਪੈਂਡ ਕੀਤੇ ਸਾਰੇ, ਫਿਰ ਝੂਠੇ ਪਰਚੇ, ਕਤਲ ਤੱਕ ਦੇ ਝੂਠੇ ਪਰਚੇ ਦਿੱਤੇ ਗਏ। ਤੇ ਫਿਰ ਇੱਥੇ ਆ ਜਿਹੜੀ ਹੈਗੀ ਆ, ਯਾਨੀ ਕਹਿਣ ਦਾ ਮਤਲਬ ਕਿ ਉਹਨਾਂ ਨੂੰ ਇਸ ਵੀ ਕਿਤੇ ਨਾ ਕਿਤੇ ਡਰਾ ਕੇ ਇਹਨਾਂ ਨੂੰ ਨਾਲ ਜੋੜੀ ਅਸੀਂ, ਜਿਹੜੇ ਇਹਨਾਂ ਦੇ ਵਰਕਰ ਨੇ। ਤੁਸੀਂ ਜੇ ਸ਼ਾਮਲ ਨਹੀਂ ਹੁੰਦੇ ਤਾਂ ਤੁਹਾਡੇ ਤੇ ਕਾਰਵਾਈ ਹੋਊਗੀ, ਤੁਹਾਡੇ ਤੇ ਪਰਚਾ ਹੋਊਗਾ। ਆ ਜਿੰਨੀਆਂ ਐਗਰੀਕਲਚਰ ਸੁਸਾਇਟੀਆਂ ਨੇ, ਇੱਥੇ ਕੋਈ ਇਲੈਕਸ਼ਨ ਨਹੀਂ ਹੋਈ ਵੀ ਸੰਧੂ ਸਾਹਿਬ ਦਾ ਇੱਕ ਆ ਗਈ ਵੀ ਉੱਥੋਂ ਹੀ ਅੰਦਰੋਂ ਹੀ ਲਿਸਟ ਆਉਂਦੀ ਸੀ ਵੀ ਆਹ ਲੱਗੀ ਆ, ਮੈਂਬਰ ਬਣ ਗਏ ਸਾਰੇ। ਸੋ ਇਹ ਸਾਰੀਆਂ ਜਿਹੜੀਆਂ ਜਾਤੀਆਂ ਕੀਤੀਆਂ, ਉਹਦਾ ਖਮਿਆਜਾ ਇਹਨਾਂ ਨੂੰ ਹੁਣ ਭੁਗਤਣਾ ਪੈਣਾ ਸਾਰਾ, ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਵੱਧ ਜਾਂਦੀ ਹੈ। ਹਲਕੇ ਦੇ ਲੋਕਾਂ ਨੇ ਤੁਹਾਨੂੰ ਹਾਲ ਦੇ ਵਿੱਚ ਹੀ ਵਿਧਾਨ ਸਭਾ ਦੇ ਵਿੱਚ ਭੇਜਿਆ। ਤੁਸੀਂ ਜਿਵੇਂ ਗੱਲ ਕੀਤੀ ਕਿ ਸਰਕਾਰ ਦੇ ਨਾਲ ਟੱਕਰ ਲੈਣੀ ਪਈ, ਆਪਾਂ ਵੀ ਉਹੀ ਗੱਲ ਕਰ ਰਹੇ ਹਾਂ ਕਿ ਸਰਕਾਰ ਕਾਂਗਰਸ ਦੀ ਸੀਗੀ ਤਾਂ ਵੀ ਤੁਸੀਂ ਬਾਈ ਇਲੈਕਸ਼ਨ ਜਿੱਤਦੇ ਹੋ, ਔਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ। ਪਾਰਟੀ ਦੇ ਲਈ ਵੀ ਤੁਹਾਡੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਕਿ ਹੁਣੇ ਤੁਸੀਂ ਜਿੱਤੇ ਹੋ, ਤੁਹਾਨੂੰ ਫਿਰ ਦੁਬਾਰਾ ਜਿੱਤ ਦਰਜ ਕਰਵਾਉਣੀ ਪਏਗੀ। ਤੇ ਫਿਰ ਹੁਣ ਤੁਹਾਡੇ ਕੋਲ ਫਾਰਮੂਲਾ ਕੀ ਹੈਗਾ? ਤੁਹਾਨੂੰ ਕਿਉਂ ਲੱਗਦਾ ਕਿ ਦਾਖਾ ਦੇ ਲੋਕ ਇੱਕ ਵਾਰ ਫਿਰ ਤੁਹਾਡੇ ਤੇ ਭਰੋਸਾ ਕਰਨਗੇ? ਭਰੋਸਾ ਦੇ ਕਿਹੜਾ ਤੋੜਿਆ, ਉਹਨਾਂ ਦਾ ਭਰੋਸਾ ਤਾਂ ਬਣਿਆ ਹੀ ਹੋਇਆ ਵਾ ਨਾ। ਹੁਣ ਤਾਂ ਉਹਨੂੰ ਪਤਾ ਸੀ ਵੀ ਓਪੋਜੀਸ਼ਨ 'ਚ ਨਾਲੇ ਸਰਕਾਰ ਸੀਗੀ, ਤਾਂ ਉਦੋਂ ਜਿਤਾ, ਤਾਂ ਹੁਣ ਤਾਂ ਪਤਾ ਵੀ ਸਾਡੀ ਸਰਕਾਰ ਬਣ ਜਾ ਰਹੀ ਹੈ।
ਹੁਣ ਤਾਂ ਲੋਕ ਸਾਡੇ ਨਾਲ, ਲੋਕਾਂ ਨੂੰ ਪਤਾ ਹੀ ਆ ਵੀ ਸਰਕਾਰ, ਕੋਈ ਨਾਰਾਜ਼ਗੀ ਥੋੜ੍ਹੀ ਆ ਕਿਸੇ ਨੂੰ, ਕੋਈ ਕਿਸੇ ਅਸੀਂ ਸਾਡੇ ਜਾਣੇ, ਸਾਨੂੰ ਅੱਜ ਤੱਕ ਕਿਸੇ ਨੇ ਉਲਾਂਭਾ ਥੋੜ੍ਹੀ ਦਿੱਤਾ ਵੀ ਤੁਸੀਂ ਆਹ ਨਹੀਂ ਕੀਤਾ। ਅਸੀਂ ਜੋ ਹੋ ਸਕਦੇ 2.5 ਸਾਲ ਬਿਨਾਂ ਸਰਕਾਰ ਤੋਂ ਵੀ ਕੀਤਾ, ਕਰੋੜਾਂ ਰੁਪਏ ਅਸੀਂ ਆਪਣੇ ਕੋਲੋਂ ਵੀ ਖਰਚ ਕੀਤੇ ਆ ਇਲਾਕੇ ਦੇ ਭਲੇ ਲਈ। ਕਿਤੇ ਵੀ ਸਾਨੂੰ ਲੱਗਦਾ ਸੀ ਵੀ ਇੱਥੇ ਸਾਡੇ ਕਿਸੇ ਵਰਕਰ ਨੂੰ ਲੋੜ ਆ, ਕੋਈ ਬਿਮਾਰ ਹੋ ਗਿਆ, ਕਿਸੇ ਨੂੰ ਕੋਈ ਹੋਰ ਹੈਲਪ ਦੀ ਲੋੜ ਆ, ਕਿਸੇ ਦੇ ਵਿਆਹ ਸ਼ਾਦੀ ਆ, ਯੂਥ ਆ, ਉਹਨਾਂ ਨੂੰ ਸਪੋਰਟਸ ਲਈ ਕੁਛ ਚਾਹੀਦਾ, ਖੇਡ ਗਰਾਊਂਡ ਸੰਭਾਲ ਨਹੀਂ ਹੋ ਰਹੀ, ਉਹ ਵੀ ਅਸੀਂ ਕਰ ਰਹੇ ਹਾਂ। ਬੜੇ ਕੰਮ ਜਿਹੜੇ ਆਪਣੇ ਕੋਲੋਂ ਕਰਾਏ ਨੇ। ਤੇ ਇਹਨਾਂ ਨੇ ਕਿਹੜਾ ਕੋਈ ਗ੍ਰਾਂਟ ਲੈ ਕੇ ਆਂਦੀ ਆ ਪਿੰਡਾਂ 'ਚ, ਜਿਹੜੀ ਸੈਂਟਰ ਗੌਰਮੈਂਟ ਦੀ 14th 15th ਫਾਈਨਾਂਸ ਕਮਿਸ਼ਨ ਦੀ ਗ੍ਰਾਂਟ ਹੈ, ਨਰੇਗਾ ਦੀ ਆ, ਪੰਜਾਬ ਸਰਕਾਰ ਨੇ ਦਿੱਤਾ ਹੀ ਕੁਛ ਨਹੀਂ। ਤੇ ਲੇਕਿਨ ਹਾਲਾਤ ਬਹੁਤ ਇਹਨਾਂ ਦੇ ਮਾੜੇ ਹੈਗੇ ਨੇ ਕਾਂਗਰਸ ਦੇ। ਤੇ ਇਸ ਇਲੈਕਸ਼ਨ ਦੇ ਵਿੱਚ ਲੋਕ ਨਾ ਜਿਹੜੀਆਂ ਧੱਕੇਸ਼ਾਹੀ ਦਾ ਬਦਲਾ ਲੈਣਾ ਸਾਰੀਆਂ ਦਾ। ਸੋ ਉਹ ਹੁਣ ਇਹਨਾਂ ਨੂੰ ਪਤਾ ਲੱਗੂਗਾ, ਹੁਣ ਜੋ ਇਲੈਕਸ਼ਨ ਲੜ ਰਹੇ ਹੁਣ ਪਤਾ ਲੱਗੀ ਜਾਂਦਾ, ਵੈਸੇ ਤਾਂ ਰਿਜ਼ਲਟ ਇਹਦੇ ਪਤਾ ਲੱਗੂ ਇਹਨਾਂ ਨੂੰ, ਕਲੀਅਰ ਹੋ ਜਾਊ। ਮਨਪ੍ਰੀਤ ਇਆਲੀ ਉਹਨਾਂ ਦਾ ਪਹਿਲੇ ਮੁੱਦਾ ਇਹ ਰਹਿੰਦਾ ਸੀਗਾ ਕਿ ਬਾਹਰੋਂ ਉਮੀਦਵਾਰ ਆਏ, ਚਾਹੇ ਐਚਐਸ ਫੁਲਕਾ ਹੁੰਦੇ ਸੀਗੇ, ਚਾਹੇ ਕੈਪਟਨ ਸੰਦੀਪ ਸੰਧੂ। ਜਦੋਂ ਬਾਈ ਇਲੈਕਸ਼ਨ ਹੋਏ, ਕੈਪਟਨ ਸੰਦੀਪ ਸੰਧੂ ਹੁਣ 2-2.5 ਸਾਲ ਹੋ ਗਏ ਨੇ ਇੱਥੇ ਵਿਚਰ ਰਹੇ ਨੇ, ਜਿਵੇਂ ਤੁਸੀਂ ਲੋਕਾਂ ਨਾਲ ਵਿਚਰ ਰਹੇ ਹੋ। ਉਹ ਵੀ ਕਹਿੰਦੇ ਕਿ ਮੈਂ ਹੁਣ ਦਾਖਾ, ਉਹਨਾਂ ਨੇ ਨਾਰਾ ਵੀ ਇਹ ਰੱਖ ਲਿਆ, ਮੇਰਾ ਦਾਖਾ ਮੇਰਾ ਪਰਿਵਾਰ। ਤਾਂ ਫਿਰ ਤੁਹਾਡੇ ਲਈ ਮੁਕਾਬਲਾ ਥੋੜ੍ਹਾ ਜਿਹਾ ਹੋਰ ਸਖਤ ਨਹੀਂ ਹੋ ਜਾਂਦਾ? ਆਮ ਆਦਮੀ ਪਾਰਟੀ ਪਿਛਲੀ ਵਾਰ ਇੱਥੋਂ ਜਿੱਤੀ ਸੀਗੀ, ਆਮ ਆਦਮੀ ਪਾਰਟੀ ਇੱਕ ਵਾਰ ਫਿਰ ਮੈਦਾਨ ਦੇ ਵਿੱਚ, ਔਰ ਜਿਵੇਂ ਮੈਂ ਜ਼ਿਕਰ ਕਰ ਰਿਹਾ ਕਿ ਸੰਦੀਪ ਸੰਧੂ ਹੁਣੀ ਤਾਂ 2.5 ਸਾਲਾਂ ਤੋਂ ਕੋਈ ਭੋਗ ਕੋਈ ਵਿਆਹ ਉਹਨਾਂ ਨੇ ਵੀ ਨਹੀਂ ਛੱਡਿਆ, ਤਾਂ ਹਰ ਜਗ੍ਹਾ 'ਤੇ ਲੋਕਾਂ ਨਾਲ ਵਿਚਰ ਰਹੇ ਨੇ। ਤੇ ਫਿਰ ਮਨਪ੍ਰੀਤ ਇਆਲੀ ਹੋਣ ਲਈ ਮੁਕਾਬਲਾ ਸਖਤ ਹੋ ਗਿਆ। ਦੇਖੋ, ਜਿਹੜੇ ਬਾਹਰਲੇ ਨੇ ਬਾਹਰਲੇ ਰਹਿਣਾ, 2.5 ਸਾਲਾਂ 'ਚ ਸਾਡੇ ਨਹੀਂ ਬਣ ਸਕਦੇ ਉਹ। ਅਜੇ ਤੱਕ ਇੱਥੇ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੈਗਾ। ਉਹਨਾਂ ਨੇ ਆਫਿਸ ਵੀ ਕਿਸੇ ਦੀ ਦੁਕਾਨ 'ਚ ਬੈਠੇ ਨੇ, ਘਰ ਵੀ ਕਿਸੇ 'ਚ ਬੈਠੇ ਨੇ। ਉਹ ਤਾਂ ਇੱਥੋਂ ਹਜੇ ਤਾਂ ਸਿਸਟਮ ਚੱਲ ਰਿਹਾ ਸੀ, ਰੇਤੇ ਦਾ ਸਾਰਾ ਕੰਮ ਹੀ ਚਲਾ ਰਹੇ ਸੀਗੇ, ਕਮਿਸ਼ਨ ਹਰ ਚੀਜ਼ ਉਹਨਾਂ ਨੂੰ ਆ ਰਿਹਾ ਸੀਗਾ, ਮਹੀਨਾ ਇਹਨਾਂ ਨੂੰ ਹਰ ਜਗ੍ਹਾ ਤੋਂ ਆ ਰਿਹਾ ਸੀਗਾ, ਕਿਉਂਕਿ ਇਹਨਾਂ ਦਾ ਏਜੰਡਾ ਸਿਰਫ ਪੈਸੇ ਕਮਾਉਣਾ, ਕੋਈ ਲੋਕ ਸੇਵਾ। ਇਹਨਾਂ ਦਾ ਸਾਡੇ ਇੱਥੇ ਲੋਕ ਸੇਵਾ ਕਰਨੀ ਇਹਨੇ। ਲੋਕ ਸੇਵਾ ਤਾਂ ਬੰਦਾ, ਹੁਣ ਅਸੀਂ ਇੱਕ ਵਰਕਰ ਤੋਂ ਕੰਮ ਕਰਦੇ ਆਏ ਇਲਾਕੇ ਦੇ ਵਿੱਚ ਨਾ। ਮੈਂ ਥੋੜ੍ਹੀ ਸੋਚਿਆ ਮੈਂ ਤਾਂ MLA ਬਣੂੰਗਾ, ਹਲਕਾ ਦਾ ਰਿਜ਼ਰਵ ਸੀਗਾ ਉਦੋਂ। ਬਾਅਦ ਦੇ ਵਿੱਚ ਚਲੋ ਚੇਅਰਮੈਨ ਬਣ ਗਏ, ਫਿਰ ਹੌਲੀ ਹਲਕਾ ਓਪਨ ਹੋਇਆ, ਤਾਂ ਫਿਰ ਆਪਾਂ ਲੋਕਾਂ 'ਚ ਵਿਚਰਦੇ ਆਏ, ਫਿਰ ਜਾ ਕੇ MLA ਦੀ ਸੀਟ ਤੱਕ ਪਹੁੰਚੇ ਹਾਂ। ਸੋ ਲੋਕ ਇਹ ਤਾਂ ਸਿੱਧਾ ਆਇਆ ਵੀ ਬਾਈ ਇਲੈਕਸ਼ਨ 'ਚ ਵੀ ਕੁੱਟ ਕੇ ਜਿੱਤਣਾ ਵਾ, ਸਰਕਾਰ ਹੈਗੀ ਆ। 2.5 ਸਾਲਾਂ ਦਾ ਇਸ ਕਰਕੇ ਹੁਣ ਇਹਨੇ ਮੀਟਿੰਗ ਬੁਲਾਈ ਥੋੜ੍ਹੇ ਦਿਨ ਪਹਿਲਾਂ ਵੀ ਮੈਂ ਹੁਣ ਹਾਰ ਗਿਆ, ਹੁਣ ਨਹੀਂ ਆਉਂਦਾ ਮੁੜ ਕੇ। ਕਾਂਗਰਸ ਦੇ ਵਰਕਰਾਂ ਨੂੰ ਕਹਿ ਰਿਹਾ, ਤੇ ਉਹਨਾਂ ਨੂੰ ਪਤਾ, ਕਹਿੰਦੇ ਵੀ ਹਾਰ ਵੀ ਜਾਣਾ ਤੇ ਮੁੜ ਕੇ ਵੀ ਨਹੀਂ ਆਉਣਾ, ਅਸੀਂ ਕਿਉਂ ਪੰਗੇ ਲਈਏ। ਜਾਣਕਾਰੀ ਤੁਹਾਡੇ ਕੋਲ ਆ ਗਈ? ਸਾਨੂੰ ਤਾਂ ਜਦੇ 1 ਮਿੰਟ 'ਚ ਵਿੱਚੋਂ ਹੀ ਹੁੰਦੇ ਨੇ, ਇਹਨਾਂ ਦੇ ਸਾਰੇ ਸਰਪੰਚ ਹੀ ਨਾਰਾਜ਼ ਨੇ ਇਹਨਾਂ ਤੋਂ, ਉਹਦੇ ਨੂੰ ਵੱਧ। ਸੋ ਇਸ ਲਈ ਜਿਹੜੇ ਹਾਲਾਤ ਇਹਨਾਂ ਦੇ ਬੜੇ ਮਾੜੇ ਨੇ। ਇਹਨਾਂ ਨੇ ਤੁਸੀਂ 20 ਤੋਂ ਬਾਅਦ ਜਿੰਨੇ ਖੜੇ ਨੇ, ਕੋਈ ਵੀ ਇਹਨਾਂ ਲੋਕਾਂ ਨੂੰ ਨਾ ਮਿਲਣਾ, ਨਾ ਕਿਸੇ ਨੇ ਇਹਨਾਂ ਨਾਲ ਸੰਪਰਕ ਕਰਨਾ, ਨਾ ਇਹਨਾਂ ਕੋਲੇ ਆਉਣਾ ਮੁੜ ਕੇ ਕਿਸੇ ਨੇ ਵੀ। ਆਹੀ ਦਿਨਾਂ 'ਚ ਹੀ ਆਉਂਦੇ ਨੇ। ਹੁਣ ਵੀ ਸਾਰੇ ਇੱਕ ਜਿਹੜੇ ਆਮ ਆਦਮੀ ਤੋਂ ਤਰਨ ਤੋਂ ਆ ਕੇ ਖੜਾ ਵਾ, ਉੱਥੋਂ ਦਾ ਰਹਿਣ ਵਾਲਾ, ਇੱਥੇ ਕਾਲਜ ਆ, ਪਰ ਸਾਡੇ ਹਲਕੇ ਨਾਲ ਸੰਬੰਧ ਕੋਈ ਨਹੀਂ, ਉਹਨੂੰ ਕੋਈ ਨਹੀਂ ਜਾਣਦਾ ਕੌਣ ਆ। ਦੂਸਰਾ ਇੱਕ ਕਿਸਾਨਾਂ ਵੱਲੋਂ ਥੋੜ੍ਹਾ ਮਖੂ ਤੋਂ ਆ ਕੇ ਖੜਾ ਵਾ, ਜਿਹਦਾ ਕਿਸਾਨੀ ਨਾਲ ਸੰਬੰਧ ਹੀ ਕੋਈ ਨਹੀਂ, ਉਹ ਮਖੂ ਤੋਂ ਆ ਕੇ ਖੜ ਗਿਆ ਇੱਥੇ, ਉਹਦਾ ਸਾਡੇ ਇਲਾਕੇ ਨਾਲ ਕੋਈ ਸੰਬੰਧ ਨਹੀਂ ਹੈਗਾ। ਤੀਸਰਾ ਇਹ ਫਰੀਦਕੋਟ ਤੋਂ ਆ ਕੇ ਖੜਾ ਵਾ। ਤੋ ਇਹੀ 3 ਹੈਗੇ ਨੇ ਜਿਹੜੇ। ਚਲੋ ਇੱਕ ਅਜਿਹਾ ਕਿਉਂ ਹੁੰਦਾ ਕਿ ਮਨਪ੍ਰੀਤ ਇਆਲੀ ਦੇ ਖਿਲਾਫ ਹਰ ਪਾਰਟੀ ਬਾਹਰੋਂ ਉਮੀਦਵਾਰ ਲਿਆ ਕੇ ਖੜਾ ਕਰ ਦਿੰਦੇ ਨੇ? ਇੱਥੇ ਤੁਸੀਂ ਇੱਥੇ ਬਣਾ ਨਹੀਂ ਦਿੰਦੇ ਕੋਈ ਉਮੀਦਵਾਰ ਹੋਰ? ਇਹਨਾਂ ਨੂੰ ਲੋਕਲ ਕਿਸੇ ਦਾ ਭਰੋਸਾ ਹੀ ਹੈ ਨਹੀਂ ਵੀ ਕੋਈ ਲੜਾਈ ਲੜ ਸਕਦਾ, ਜਾਂ ਤਾਂ ਇਹ ਹੋ ਸਕਦਾ ਵਾ। ਹਾਲਾਂਕਿ ਇੱਥੇ ਬੜੇ ਚਲੋ ਕਾਂਗਰਸ ਦੇ ਲੀਡਰ ਹੈਗੇ ਨੇ, ਵਧੀਆ ਲੀਡਰ ਨੇ, ਪਰ ਜਾਂ ਤਾਂ ਇਹਨਾਂ ਨੂੰ ਭਰੋਸਾ ਨਹੀਂ ਹੈਗਾ। ਤੇ ਹੁਣ ਇਹਦੀ ਸਮਝ ਲੱਗਦੀ ਤਾਂ ਪਾਰਟੀਆਂ ਦੱਸ ਸਕਦੀਆਂ ਨੇ ਵੀ ਕਿਉਂ ਬਾਹਰੋਂ ਲੈ ਕੇ ਆਉਂਦੇ ਸਾਰਿਆਂ ਨੂੰ। ਕੈਪਟਨ ਸੰਦੀਪ ਸੰਧੂ ਤਾਂ ਦਾਅਵਾ ਕਰਦੇ, ਕਹਿੰਦੇ ਮੈਂ ਬੱਸ ਸਟੈਂਡ ਵੀ, ਭਾਵੇਂ ਲੋਕਾਂ ਨੇ ਉਹਨਾਂ ਨੂੰ ਨਹੀਂ ਜਿਤਾਇਆ, ਕਹਿੰਦੇ ਮੈਂ ਬੜਾ ਕੰਮ ਕਰਾਇਆ, ਬੱਸ ਸਟੈਂਡ ਮੈਂ ਲੈ ਕੇ ਆਇਆ, ਫਾਇਰ ਬ੍ਰਿਗੇਡ ਦਾ ਸਟੇਸ਼ਨ ਮੈਂ ਬਣਵਾਇਆ, ਹੋਰ ਕਈ ਪ੍ਰਚਾਰ ਉਹ ਫੇਸਬੁੱਕ 'ਤੇ ਕਰਦੇ ਰਹਿੰਦੇ ਨੇ। ਸਰਕਾਰ ਭਾਵੇਂ MLA ਭਾਵੇਂ ਉਹ ਨਹੀਂ ਸੀਗੇ, ਸਰਕਾਰ ਤਾਂ ਉਹਨਾਂ ਦੀ ਸੀਗੀ। ਕੰਮ ਤੁਹਾਨੂੰ ਲੱਗਦਾ ਫਿਰ ਉਹਨਾਂ ਨੇ ਕੰਮ ਕਰਾਏ, ਤੁਹਾਡੇ ਤੋਂ ਜ਼ਿਆਦਾ ਕੰਮ ਕਰਵਾਤੇ ਉਹਨਾਂ ਨੇ? ਮੁੱਲਾਪੁਰ 'ਚ 11 ਪ੍ਰੋਜੈਕਟ ਲੱਗੇ ਨੇ ਸਾਡੇ ਟਾਈਮ 'ਚ। ਮੈਂ MLA ਰਿਹਾ 1 ਟਰਮ ਸਰਕਾਰ ਦੇ ਵਿੱਚ। 37 ਏਕੜ ਦਾਣਾ ਮੰਡੀ ਬਣੀ ਆ ਕਰੋੜਾਂ ਦੀ ਲਾਗਤ ਨਾਲ, ਮਾਰਕੀਟ ਕਮੇਟੀ ਆਫਿਸ ਬਣਿਆ, ਅੰਬੇਦਕਰ ਭਵਨ ਬਣਿਆ, ਫਿਰ ਹਸਪੀਟਲ ਬਣਿਆ, ਪਸ਼ੂ ਹਸਪਤਾਲ ਬਣਿਆ, ਸਬ ਤਹਿਸੀਲ ਕੰਪਲੈਕਸ ਬਣਿਆ, ਪੂਰੇ ਸ਼ਹਿਰ 'ਚ ਸੀਵਰੇਜ ਪਾਇਆ, ਵਾਟਰ ਸਪਲਾਈ, ਫਿਰ ਟ੍ਰੀਟਮੈਂਟ ਪਲਾਂਟ ਦਾ ਪ੍ਰੋਜੈਕਟ ਲੱਗਿਆ, ਰੈਕੋਰਡ ਰੋਡ 'ਤੇ ਫਲਾਈਓਵਰ ਬਣਿਆ, ਖੇਡ ਪਾਰਕ ਬਣਿਆ ਮੁੱਲਾਪੁਰ ਦੇ ਵਿੱਚ। ਤੇ ਇਹ 11 ਪ੍ਰੋਜੈਕਟ ਨੇ ਜਿਹੜੇ ਸਾਡੇ ਟਾਈਮ 'ਚ ਬਣੇ ਨੇ। ਇਹਨਾਂ ਨੇ ਕਹਿੰਦੇ ਆ ਵੀ ਬੱਸ ਸਾਡਾ ਉਹ ਚਾਲੂ ਨਹੀਂ ਹੋਇਆ, ਤੇ ਮੈਨੂੰ ਉਹਦੀ ਚੱਲਣ ਦੀ ਸੰਭਾਵਨਾ ਨਹੀਂ ਲੱਗਦੀ ਕੋਈ। ਜਿਹੜੇ ਹਿਸਾਬ ਨਾਲ ਬਣਿਆ, ਮੇਰੇ ਖਿਆਲ ਸ਼ਾਇਦ ਉਹ ਪੈਸਾ ਵੇਸਟੇਜ ਹੀ ਆ। ਹਜੇ ਤੱਕ ਉਹਨੂੰ ਚਲਾ ਲੈਂਦੇ, ਫਿਰ ਹੁਣ ਨਹੀਂ ਚਲਾਉਣਾ, ਕਦੋਂ ਚਲਾਉਣਾ? ਜੇ ਲੋਕ ਇਲੈਕਸ਼ਨ ਤੋਂ ਪਹਿਲਾਂ ਨਹੀਂ ਚਲਾ ਸਕੇ, ਤੁਸੀਂ ਬਾਅਦ 'ਚ ਕਿਹਨੇ ਚਲਾਉਣਾ ਉਹਨੂੰ? ਨੰਬਰ 2, ਫਾਇਰ ਸਟੇਸ਼ਨ ਕਹਿੰਦੇ ਬਣ ਰਿਹਾ। ਉਹ ਪਹਿਲੀ ਗੱਲ, ਬਣਦਾ ਜਾਂ ਸਿਰੇ ਲੱਗਦਾ ਤੇ ਚੱਲਣਾ ਨਹੀਂ ਹੈਗਾ। ਉਹ ਕਿਉਂ ਨਹੀਂ ਚੱਲਣਾ? ਕਿ ਉਹਦੀ ਮੰਥਲੀ ਜਿਹੜੀ ਉਹਦੀ ਐਕਸਪੈਂਸਿਸ ਹੈਗੇ ਨੇ, ਮੇਰਾ ਖਿਆਲ ਆ ਵੀ ਉਹ 5 ਤੋਂ 10 ਲੱਖ ਹੋਣਗੇ ਘੱਟੋ ਘੱਟ। ਤੇ ਆਉਣੇ ਕਿੱਥੋਂ ਪੈਸੇ? ਸਾਡੇ ਕੋਲੇ ਹਲਵਾਰੇ ਸੀਗਾ ਫਾਇਰ ਸਟੇਸ਼ਨ, ਜਗਰਾਉਂ ਸੀ, ਤੇ ਕਾਰਪੋਰੇਸ਼ਨ ਲੁਧਿਆਣਾ ਦਾ। ਜੇ ਕੋਈ ਲੋੜ ਪਵੇ, ਪਹਿਲੀ ਗੱਲ ਤਾਂ ਅੱਗ ਇੱਥੇ ਲੱਗਦੀ ਹੀ ਨਹੀਂ ਕਦੇ, ਨਾ ਲੱਗੇ ਕਦੇ। ਮੇਰਾ ਖਿਆਲ ਆ ਵੀ ਪਿਛਲੇ ਕੋਈ ਅੱਗ ਲੱਗੀ ਨੂੰ ਜੋ ਕੋਈ ਕਹੀਏ ਇੱਥੇ
ਸ਼ਹਿਰ ਦੇ ਵਿੱਚ ਤਾਂ ਕਦੇ ਮੈਂ ਤਾਂ ਸੁਣਿਆ ਨਹੀਂ ਹੈਗਾ ਵੀ ਕਦੇ ਪਰ ਇਹ ਪਿਛਲੇ ਮੁੱਢਲੀ ਸਹੂਲਤਾਂ ਤੇ ਅਯਾਲੀ ਸਾਹਿਬ ਚਾਹੀਦੀਆਂ ਨੇ। ਬੱਸ ਸਟੈਂਡ ਲੋਕਾਂ ਦੀ ਇੱਕ ਵੱਡੀ ਮੰਗ ਸੀਗੀ। ਚਲਾਉਣ ਨਾ ਉਹਨੂੰ, ਜੇ ਬਣਾਇਆ ਤਾਂ ਚਲਾਉਣਾ ਕਦੋਂ ਆ, ਚੱਲਿਆ ਤਾਂ ਹੀ ਨਹੀਂ। ਜੇ ਤੁਹਾਡੀ ਸਰਕਾਰ ਹੋ, ਜੇ ਤੁਸੀਂ ਐਮਐਲਏ ਬਣ ਜਾਂਦੇ ਹੋ ਤੇ ਪਹਿਲ ਦੇ ਆਧਾਰ ਤੇ ਚਲਵਾਓਗੇ? ਉਹ ਦੇਖਾਂਗੇ ਹੁਣ ਕਿਵੇਂ ਚਲਾਉਣਾ, ਵੀ ਚੱਲਦਾ ਕਿੱਥੇ, ਕਮੀਆਂ ਕੀ ਨੇ। ਉੱਥੋਂ ਬੱਸਾਂ ਉਧਰ ਨੂੰ ਟਰਨ ਕਰਦੀਆਂ ਨਹੀਂ ਕਰਦੀਆਂ, ਉਹ ਤਾਂ ਅਸੀਂ ਚਲਾਵਾਂਗੇ ਫਿਰ। ਤਾਂ ਹੁਣ ਜਿਹੜੀ ਚੀਜ਼ ਬਣ ਗਈ, ਫਾਇਰ ਸਟੇਸ਼ਨ ਦੀ ਗੱਲ ਆ ਗਈ, ਹਜੇ ਤੱਕ ਤਾਂ ਬਣਿਆ ਹੀ ਨਹੀਂ ਤੇ ਉਹ ਚੱਲਣਾ ਹੀ ਨਹੀਂ। ਉਹਦੇ ਮੰਥਲੀ ਖਰਚੇ ਜਿਹੜਾ ਚਿੱਟਾ ਹਾਥੀ ਹੈਗਾ। ਤੀਜਾ ਪ੍ਰੋਜੈਕਟ ਹੈ ਸੀਨੀਅਰ ਸਿਟੀਜ਼ਨ ਹੋਮ ਬਣ ਰਿਹਾ, ਹਜੇ ਉਹ ਵੀ ਨਹੀਂ ਬਣਿਆ ਨਹੀਂ ਹਜੇ। ਤੇ ਉਹਦੇ ਵੀ ਇੱਥੇ ਪਹਿਲੀ ਗੱਲ ਤਾਂ ਟਰੈਂਡ ਹੀ ਹੈ ਨਹੀਂਗਾ ਵੀ ਬਜ਼ੁਰਗਾਂ ਨੂੰ ਘਰੋਂ ਕੱਢਣ ਦਾ। ਸਾਡੇ ਤਾਂ ਵੈਸੇ ਹੀ ਬਹੁਤ ਸਤਿਕਾਰ ਕਰਦੇ ਇੱਥੇ, ਇਹਦਾ ਮਾਹੌਲ ਹੈਗਾ। ਤੇ ਜੇ ਉਹ ਵੀ ਚਲਾਉਣਾ ਤਾਂ ਉਹਦੇ ਲਈ ਵੀ ਮੰਥਲੀ ਐਕਸਪੈਂਸਿਸ ਚਾਹੀਦੇ ਨੇ। ਯਾਨੀ ਕਿ ਉਹ ਸਾਰੇ ਜਿਹੜੇ ਬਣਾਏ ਨੇ ਉਹਨਾਂ ਦਾ ਫਾਇਦਾ ਘੱਟ ਤੇ ਨੁਕਸਾਨ ਵੱਧ ਹੋਣਾ। ਵੀ ਉਹ ਐਵੇਂ ਪੈਸਾ ਲਾ ਕੇ ਰੱਖਤਾ, ਉਹ ਗੱਲ ਤਾਂ ਚੱਲਣ ਦੀ ਵੀ ਆ ਨਾ, ਉਹਨਾਂ ਚੀਜ਼ਾਂ ਨੂੰ ਗੱਲ ਨੂੰ ਚਲਾਉਣਾ ਵੀ ਆ। ਅਸੀਂ 11 ਪ੍ਰੋਜੈਕਟ ਲਾਏ ਨੇ, 11 ਹੀ ਚੱਲ ਰਹੇ ਨੇ ਤੇ 11 ਹੀ ਉਹ ਨੇ ਜਿਹੜੇ ਸਭ ਤੋਂ ਜ਼ਰੂਰੀ ਨੇ। ਮੈਂ ਜਿਵੇਂ ਜ਼ਿਕਰ ਕੀਤਾ ਸੀ, ਜ਼ਿੰਮੇਵਾਰੀਆਂ ਤੁਹਾਡੇ ਤੇ ਵੱਧ ਜਾਂਦੀਆਂ ਨੇ, ਕਿਉਂਕਿ ਆਪਾਂ ਆਪ ਮਹਿਸੂਸ ਕਰਦੇ ਹਾਂ ਕਿ ਸਰਕਾਰ ਦੂਜੀ ਪਾਰਟੀ, ਤੁਸੀਂ ਐਮਐਲਏ ਬਣ ਗਏ ਔਰ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਸੀਐਮ ਦੇ ਪੋਲੀਟੀਕਲ ਐਡਵਾਈਜ਼ਰ ਸੀਗੇ, ਤਾਕਤ ਸੀਗੀ, ਪਾਵਰ ਸੀਗੀ। ਫਿਰ ਤੁਸੀਂ ਮਹਿਸੂਸ ਕਰਦੇ ਸੀਗੇ ਕਿ ਤੁਹਾਡੇ ਜੋ ਕੰਮ ਤੁਸੀਂ ਕਰਵਾਉਣਾ ਚਾਹੁੰਦੇ ਸੀ ਨਹੀਂ ਹੋ ਪਾਏ, ਤੇ ਕੈਪਟਨ ਸੰਦੀਪ ਸੰਧੂ ਲੈ ਆਉਂਦੇ ਸੀਗੇ ਜਾਂ ਉਹ ਪ੍ਰੋਜੈਕਟ ਲੈ ਆਉਂਦੇ ਸੀਗੇ, ਲੋਕਾਂ ਦੇ ਵਿਚਕਾਰ ਉਹ ਜਾ ਕੇ ਪ੍ਰਚਾਰ ਕਰਨ ਲੱਗ ਪੈਂਦੇ ਸੀਗੇ, ਕਿਉਂਕਿ ਆਖਿਰਕਾਰ ਪਾਵਰ ਤੇ ਸੀਗੀ। ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਖਾਸ ਐਡਵਾਈਜ਼ਰ, ਪੋਲੀਟੀਕਲ ਐਡਵਾਈਜ਼ਰ ਵੀ ਸੀਗੇ ਉਹ ਤਾਂ। ਉਹ ਸਾਡੇ ਏਰੀਏ 'ਚ ਜਿਹੜੇ ਪਹਿਲਾਂ ਡਿਵੈਲਪਮੈਂਟ ਦੇ ਕੰਮ ਬਹੁਤ ਹੋਏ ਨੇ। ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਪੀਣ ਵਾਲਾ ਪਾਣੀ ਲੋਕਾਂ ਨੂੰ ਨਹੀਂ ਮਿਲ ਰਿਹਾ ਸੀ, ਸਾਡੇ ਟਾਈਮ 'ਚ ਤਕਰੀਬਨ 70 ਪਿੰਡਾਂ 'ਚ ਤਾਂ ਵਾਟਰ ਸਪਲਾਈ ਦੇ ਪ੍ਰੋਜੈਕਟ ਲੱਗੇ ਆ। ਫਿਰ ਜਿਹੜੀ ਪਾਣੀ ਦਾ ਸੈਨੀਟੇਸ਼ਨ ਦਾ ਕੰਮ ਸੀ, ਨਿਕਾਸੀ ਦੇ ਲਈ ਬਹੁਤ ਵੱਡੇ ਉਪਰਾਲੇ ਹੋਏ ਨੇ। ਉਸ ਤੋਂ ਬਾਅਦ ਤਕਰੀਬਨ ਗਲੀਆਂ ਨਾਲੀਆਂ ਸਭ ਬਣੀਆਂ ਹੋਈਆਂ ਸੀ, ਹੁਣ ਤਾਂ ਅਪਗ੍ਰੇਡ ਕਰ ਰਹੇ ਉਹਨਾਂ ਨੂੰ। ਉਹ ਵੀ ਸੈਂਟਰ ਤੋਂ ਪੈਸਾ ਆ ਰਿਹਾ, ਕਿਹੜਾ ਲੈ ਕੇ ਆ ਰਿਹਾ ਕੋਈ। 14th ਫਾਈਨਾਂਸ ਕਮਿਸ਼ਨ, 15th ਫਾਈਨਾਂਸ ਕਮਿਸ਼ਨ ਤੇ ਨਰੇਗਾ, 3 ਸਕੀਮਾਂ ਚੱਲ ਰਹੀਆਂ ਨੇ। ਉਹਦੇ 'ਚੋਂ ਪੈਸਾ ਰਿਹਾ, ਤੈਨੂੰ ਦਿੱਤਾ ਕੁਛ ਨਹੀਂ ਇਹਨਾਂ ਦਾ। ਸੋ ਉਹਦੇ 'ਚੋਂ ਕੰਮ ਜਿਹੜੇ ਚੱਲ ਰਹੇ ਉਹ ਪੰਚਾਇਤਾਂ ਰੋਟੀਆਂ, ਜਿੱਥੇ ਸਾਡੀਆਂ ਪੰਚਾਇਤਾਂ ਨੇ ਅਸੀਂ ਕਰੀ ਜਾਂਦੇ। ਪਰ ਇਹ ਕੀ ਕਰਦਾ ਸੀ, ਜਿੱਥੇ ਸਾਡੀਆਂ ਪੰਚਾਇਤਾਂ ਨੇ 15 ਨਵਾਂ ਸੈਕਟਰੀ ਬਦਲ ਦਿੰਦੇ ਸੀ, ਫਿਰ ਉਹਨੂੰ ਚਾਰਜ ਨਹੀਂ ਮਿਲਦਾ ਸੀਗਾ। ਫਿਰ ਨਵਾਂ ਸੈਕਟਰੀ ਆਉਂਦਾ ਸੀ, ਉਹ ਹੌਲੀ ਹੌਲੀ ਚਾਰਜ ਲੈ ਕੇ ਫਿਰ ਦੂਜਾ ਫਿਰ ਬਦਲ ਦਿੰਦੇ ਸੀ, ਜਾਨੂੰ ਉਹ ਚਾਰਜ ਲੈਂਦਾ ਸੀਗਾ। ਸੋ ਇੱਦਾਂ ਦਾ ਕੁਛ ਕਰਦਾ ਰਿਹਾ ਵੀ ਇਹਨਾਂ ਦੇ ਕੰਮ ਨਾ ਇਹ ਕਰ ਸਕਣ। ਪੈਸਾ ਤਾਂ ਸੈਂਟਰ ਤੋਂ ਸਾਰੇ ਇਸ ਵਾਰ ਕੀ ਆ, ਅਕਾਊਂਟਸ 'ਚ ਆ ਰਿਹਾ ਸਿੱਧਾ ਪੈਸਾ ਤਾਂ, ਹੈ ਨਾ। ਤੇ ਲੇਕਿਨ ਜਿਹੜੇ ਸਾਡੇ ਟਾਈਮ ਜਿਹੜੇ ਕੰਮ ਹੋਏ ਨੇ, ਸਪੋਰਟਸ ਪਾਰਕ ਬਣੇ ਜਿਹੜੇ, ਇੱਕ ਮਿਸਾਲ ਆ ਕਿ ਪੂਰੇ ਇੰਡੀਆ ਦੇ ਵਿੱਚ ਕੋਈ ਇੱਦਾਂ ਦਾ ਹਲਕਾ ਨਹੀਂ ਜੀ ਇਸ ਤਰ੍ਹਾਂ ਦੇ ਪ੍ਰੋਜੈਕਟ ਬਣੇ ਹੋਣ ਜਿੱਥੇ, ਪੂਰੇ ਇੰਡੀਆ ਦੇ ਵਿੱਚ। ਸੋ ਉਹ ਵੀ ਇੱਕ ਬਹੁਤ ਵੱਡਾ ਰੀਜ਼ਨ ਆ ਜਿਸ 'ਚ ਸਾਡਾ ਅਸੀਂ ਨੌਜਵਾਨ, ਬਜ਼ੁਰਗ, ਮਾਤਾਵਾਂ, ਬੱਚਿਆਂ ਨੂੰ ਸਾਰਿਆਂ ਨੂੰ ਅਟਰੈਕਟ ਕਰਦਾ। ਅਤੇ ਉਹ ਸਾਰਿਆਂ ਲਈ ਜੇ ਆਪਾਂ ਕਹੀਏ ਵੀ ਸਭ ਤੋਂ ਜ਼ਰੂਰੀ ਜਿਹੜੀ ਸਿਹਤ ਹੈਗੀ ਆ, ਅਤੇ ਇੱਕ ਵਿਅਕਤੀ ਨੂੰ, ਬੱਚਿਆਂ ਨੂੰ ਸਿਹਤਮੰਦ ਰੱਖਣ ਦੇ ਲਈ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਇਸ ਤੋਂ ਵਧੀਆ ਪ੍ਰੋਜੈਕਟ ਨਹੀਂ ਹੋ ਸਕਦਾ। ਸੋ ਇੱਕ ਬਹੁਤ ਵਧੀਆ ਪ੍ਰੋਜੈਕਟ ਸੀਗਾ, ਜਿਹਦੇ ਕਰਕੇ ਅੱਜ ਇਹਨਾਂ ਨੂੰ ਵੀ ਬੜੀ ਤਕਲੀਫ ਦਿੰਦਾ ਹੈ ਜੋ ਜਾਂਦੇ ਆ ਕਿਸੇ ਪਾਸੇ। ਉਹ ਹਰ ਜਗ੍ਹਾ, ਹਰ ਪਿੰਡ 'ਚ ਬਣੇ ਹੋਏ ਨੇ, ਅਤੇ ਉੱਥੇ ਸ਼ਾਮ ਨੂੰ ਸਾਰਾ ਪਿੰਡ ਉੱਥੇ ਹੁੰਦਾ। ਸੋ ਪਲੇਟਫਾਰਮ ਇੱਦਾਂ ਦੇ ਪ੍ਰਮਾਤਮਾ ਨੇ ਸਾਡੇ ਤੋਂ ਕੰਮ ਇੱਦਾਂ ਦੇ ਕਰਾਏ ਹੋਏ ਨੇ ਕਿ ਜਿਹਦਾ ਬਦਲ ਹੀ ਹੈ ਨਹੀਂ ਹੈ, ਸੋਚ ਵੀ ਨਹੀਂ ਸਕਦੇ। ਜਾਂ ਤਾਂ ਉਹ ਤੋਂ ਕੋਈ ਵੱਡਾ ਕੰਮ ਕਰਨ, ਗਲੀਆਂ ਨਾਲੀਆਂ ਤਾਂ ਬਣੀ ਜਾਂਦੀਆਂ ਨੇ ਦੇਸ਼ ਆਜ਼ਾਦ ਹੋਣ ਤੋਂ ਲੈ ਕੇ। ਮੰਤਰੀ ਅਯਾਲੀ ਦਾ ਅਗਲਾ ਮੈਨੀਫੈਸਟੋ ਕੀ ਹੈ? ਕਿਉਂਕਿ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਕਿ ਤੁਹਾਡੇ ਤੇ ਬਹੁਤ ਪ੍ਰੈਸ਼ਰ ਹੋਣਾ, ਬਾਈ ਇਲੈਕਸ਼ਨ ਵੀ ਜਿੱਤਿਆ, ਫਿਰ ਤੁਸੀਂ ਮੈਦਾਨ ਦੇ ਵਿੱਚ, ਉਹ ਮੁਕਾਬਲਾ ਵੀ ਤੁਹਾਡਾ ਉਸ ਸ਼ਖਸ ਦੇ ਨਾਲ ਆ ਜਿਹਦੀ ਸਰਕਾਰ ਦੇ ਵਿੱਚ, ਜਿਸ ਵੇਲੇ ਕੈਪਟਨ ਸਰਕਾਰ ਦੇ ਵਿੱਚ ਵੀ ਮਜ਼ਬੂਤੀ ਸੀਗੀ, ਤਾਂ ਹੁਣ ਪਾਰਟੀ ਦੇ ਵਿੱਚ ਵੀ ਮਜ਼ਬੂਤੀ ਸੀਗੀ, ਤਾਈਓ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡਿਆ ਔਰ ਪਾਰਟੀ ਨੇ ਟਿਕਟ ਵੀ ਉਹਨਾਂ ਨੂੰ ਦੇ ਦਿੱਤੀ। ਤਾਂ ਤੁਹਾਡਾ ਮੈਨੀਫੈਸਟੋ ਕੀ ਹੈ? ਜੇ ਤੁਹਾਨੂੰ ਫਿਰ ਤੋਂ ਲੋਕ ਚੁਣਦੇ ਨੇ ਤਾਂ ਤੁਸੀਂ ਇਸ ਹਲਕੇ ਦੇ ਲਈ ਹੋਰ ਕੀ ਕਰਨਾ? ਸਭ ਤੋਂ ਜਿਹੜਾ ਪਹਿਲਾ ਮੇਰਾ ਏਜੰਡਾ ਹੈਗਾ ਉਹ ਹੈਗਾ ਵੀ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣਾ। ਜਿਸ ਤਰ੍ਹਾਂ ਅੱਗੇ ਅਸੀਂ 2 ਪ੍ਰੋਜੈਕਟ, ਨਵੀਂ ਕ੍ਰੀਏਸ਼ਨ ਸੀਗੀ, ਇੱਕ ਪੌਂਡਸ ਰੈਨੋਵੇਸ਼ਨ ਦਾ ਅਸੀਂ ਸ਼ੁਰੂ ਕੀਤਾ ਸੀ, ਜਿਹੜਾ ਪੂਰੇ ਇੰਡੀਆ 'ਚ ਲਾਗੂ ਹੋਇਆ। ਦੂਸਰਾ ਜਿਹੜਾ ਸਪੋਰਟਸ ਪਾਰਕ, ਖੇਡ ਪਾਰਕ ਹੈ, ਵੀ ਇੱਕ ਨਵੀਂ ਕ੍ਰੀਏਸ਼ਨ ਸੀਗੀ। ਇਹ ਵੀ ਸਾਰੇ ਕਿਤੇ ਲਾਗੂ ਹੋ ਰਿਹਾ ਵਾ। ਇਹਨੂੰ ਸਰਕਾਰਾਂ ਵੀ, ਦੂਸਰੀਆਂ ਓਪੋਜੀਸ਼ਨ ਸਰਕਾਰਾਂ ਵੀ ਕਰ ਰਹੀਆਂ ਨੇ, ਸਾਰੇ ਪਿੰਡ ਵੀ ਕਰ ਰਹੇ ਨੇ, ਕਿ ਬਹੁਤ ਵਧੀਆ ਹੈ ਨਾ। ਪਹਿਲਾਂ ਸਟੇਡੀਅਮ, ਸਟੇਜ ਬਣਦੀ ਸੀ, ਉਹਦੀ ਵਰਤੋਂ ਤਾਂ ਹੁੰਦੀ ਹੀ ਨਹੀਂ ਸੀ। ਅਸੀਂ ਜੋ ਬਣਾਇਆ ਰੋਜ਼ ਜਿਹੜਾ ਯੂਜ਼ ਹੋਵੇ ਨਾ, ਉੱਦਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਨੇ। ਸੋ ਇਹ ਹੁਣ ਜਿਹੜਾ ਆਉਣ ਵਾਲੇ ਸਮੇਂ 'ਚ ਕੰਮ ਕਰਨਾ, ਅਸੀਂ ਵੀ ਕਿਸ ਤਰ੍ਹਾਂ ਅਸੀਂ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣੇ। ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਅੱਜ, ਸਾਡਾ ਯੂਥ ਵਿਦੇਸ਼ ਨੂੰ ਜਾ ਰਿਹਾ, ਕਿਵੇਂ ਉਹਨਾਂ ਨੂੰ ਬਾਹਰ ਜਾਣ ਦੇ ਲਈ ਮਜਬੂਰ ਨਾ ਹੋਣਾ ਪਵੇ। ਸੋ ਇਸ ਤਰ੍ਹਾਂ 'ਤੇ ਜਿਹੜਾ ਸਭ ਤੋਂ ਮੈਂ ਤੇ ਕੁਛ ਨਾ ਕੁਛ ਅਸੀਂ ਵੱਖਰਾ ਕਰਾਂਗੇ। ਬੜੇ ਆਈਡੀਆਜ਼ ਨੇ, ਲੇਕਿਨ ਮੈਂ ਡਿਸਕਲੋਜ਼ ਨਹੀਂ ਕਰ ਸਕਦਾ, ਲੇਕਿਨ ਇਹ 'ਤੇ ਬਹੁਤ ਕੁਛ ਵੱਖਰਾ ਕਰਾਂਗੇ ਵੀ ਜਿਹੜਾ ਅੱਜ ਤੱਕ ਨਹੀਂ ਹੋਇਆ ਹੋਊਗਾ ਕਿਤੇ। ਮੇਰੀ ਕੋਸ਼ਿਸ਼ ਆ। ਸਿਆਸੀ ਜ਼ਮੀਨ ਤੇ ਤੁਹਾਡਾ ਫਿਰ ਮੁਕਾਬਲਾ ਕਿਹਦੇ ਨਾਲ ਆ? ਕੈਪਟਨ ਸੰਦੀਪ ਸੰਧੂ ਉਹਨਾਂ ਨਾਲ ਹੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਨਾਲ ਇਸ ਵਾਰੀ ਮੁਕਾਬਲਾ ਦੇਖਦੇ ਹੋ? ਕਿਉਂਕਿ 2017 'ਚ ਤੇ ਤੁਹਾਨੂੰ ਉਹਨਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਹੀਂ, ਉਦੋਂ ਵੀ ਕਾਂਗਰਸ ਹੀ ਹਾਰੀ ਸੀ, ਅਸੀਂ ਉਦੋਂ ਵੀ ਨਹੀਂ ਹਾਰੇ, ਕਿਉਂਕਿ ਸਾਡੀ ਇੱਥੇ ਪੋਜੀਸ਼ਨ ਬੜੀ ਸਟਰੋਂਗ ਰਹੀ ਹੈ ਹਮੇਸ਼ਾ ਅਕਾਲੀ ਦਲ ਦੀ। ਉਦੋਂ ਕੀ ਹੋਇਆ ਕਿ ਜਿਹੜੀ ਕਾਂਗਰਸ ਦਾ ਵੋਟ ਬੈਂਕ ਸੀ, ਉਹ ਕੰਟਰੋਲ ਹੀ ਨਹੀਂ ਕਰ ਸਕੇ। ਆਪਣਾ ਵੋਟ ਬੈਂਕ ਹੀ ਨਹੀਂ ਉਹਨਾਂ ਦੇ ਕੰਟਰੋਲ 'ਚ ਰਿਹਾ। ਮੈਨੂੰ ਪਈ 40% ਵੋਟ, ਕਾਂਗਰਸ ਨੂੰ ਪਈ 19% ਅਤੇ ਉਹਨਾਂ ਨੂੰ 41।
41%। ਜੇ ਉਹਨਾਂ ਕੋਲੇ 30% 28-30% ਵੋਟ ਆ ਕਾਂਗਰਸ ਕੋਲ ਇੱਥੇ, ਜਿੰਨੀ ਪੋਲ ਹੋਣੀ ਉਹਦੀ 30% ਆ, ਉਹਦੀ 30% ਲੈ ਲੈਣ, ਮੁਕਾਬਲਾ ਕਿਸੇ ਨਾਲ ਵੀ ਹੈ ਨਹੀਂ ਸਾਡਾ। ਇਹਦੇ ਨਾਲ ਤੇ ਤੁਹਾਡੇ ਲਈ ਤੇ ਇਹ ਫਾਇਦੇਮੰਦ ਹੋਏਗਾ ਕਿ ਕੈਪਟਨ ਸੰਦੀਪ ਸੰਧੂ ਜਾਂ ਕਾਂਗਰਸ ਨੂੰ ਵੱਧ ਤੋਂ ਵੱਧ ਵੋਟਾਂ ਪੈਣ ਤਾਂ ਤੁਹਾਡੇ ਰਾਹ ਚੰਡੀਗੜ੍ਹ ਲਈ ਪੱਧਰੇ ਹੋ ਜਾਣ। ਉਹ ਆਪਣੀ ਪਾਰਟੀ ਦੀ ਵੋਟ ਆਪਣੇ ਆਪ ਨੂੰ ਪਾ ਲੈਣ। ਅੱਗੇ ਕੀ ਆ, ਉਹ ਪੈਣੀ ਦੇ ਉਲਟ ਸਾਰਿਆਂ ਨੇ ਉਲਟ ਵੋਟਾਂ ਪਾਈਆਂ। ਸਲਾਹ ਦਿੰਦੇ ਉਹਨਾਂ ਨੂੰ ਕਿ ਯਾਰ ਆਪਣੀ ਪਾਰਟੀ ਦੀ ਵੋਟ ਪਵਾ ਲਓ, ਮੈਨੇਜ ਕਰ ਲਓ। ਨਹੀਂ ਪਤਾ ਕੀ ਆ ਜੀ, ਉਦੋਂ ਪੱਲੇ ਹੀ ਹੈ ਨਹੀਂ ਸੀ ਕਾਂਗਰਸ ਦੇ ਕੁਝ। ਹੁਣ ਥੋੜਾ ਮੋਟਾ ਇੱਕ ਮਾੜੀ ਮੋਟੀ ਪੈਰਾਂ ਤੇ ਖੜੀ ਹੈਗੀ ਆ ਕਾਂਗਰਸ, ਤੇ ਆਪਦੀ ਵੋਟ ਲੈ ਲੈਣ, ਹੋਰ ਤਾਂ ਕੋਈ ਗੱਲ ਹੀ ਹੈ ਨਹੀਂ। ਮਤਲਬ ਮੈਂ ਦੇਖ ਰਿਹਾ ਕਿ ਪਹਿਲੀ ਵਾਰ ਹੋਊਗਾ ਕਿ ਕਿਸੇ ਦੂਜੀ ਸਿਆਸੀ ਪਾਰਟੀ ਦਾ ਸ਼ਖਸ ਜਾਂ ਨੇਤਾ ਦੂਜੀ ਪਾਰਟੀ ਨੂੰ ਕਹਿ ਰਿਹਾ ਕਿ ਤੂੰ ਆਪਣੀ ਪਾਰਟੀ ਦੇ ਯਾਰ ਵੋਟ ਬੈਂਕ ਪੱਕਾ ਕਰ। ਹਾਂ ਜ਼ਰੂਰੀ ਹੈ ਨਾ, ਫਿਰ ਅਸੀਂ ਸਾਡਾ ਤਾਂ ਪੱਕਾ ਹੈਗਾ ਹੀ ਆ, ਆਪਣਾ ਪੱਕਾ ਕਰਕੇ ਰੱਖਣ। ਫਾਇਦਾ ਤਾਂ ਫਿਰ ਤੁਹਾਡਾ ਹੋਣਾ ਨਾ ਇਹਦਾ। ਵੈਸੇ ਮੈਂ 2 ਵਾਰ ਐਮਐਲਏ ਬਣਿਆ। ਜਦੋਂ ਅਸੀਂ ਐਮਐਲਏ ਬਣੇ ਅਸੀਂ 51% ਵੋਟ ਲੈ ਕੇ ਬਣੇ ਆ, ਦੋਨੋਂ ਵਾਰ ਮੈਂ 12 ਚ ਵੀ 19 ਚ ਵੀ। ਤੇ ਫਿਰ ਜਿਹੜਾ ਜਿਹਨੂੰ ਮਰਜ਼ੀ ਪਾਈ ਜਾਵੇ, ਸਾਨੂੰ ਤਾਂ ਫਰਕ ਕੁਝ ਨਹੀਂ ਪੈਂਦਾ। ਜੇ ਤੁਸੀਂ ਤੁਹਾਡੇ ਕੋਲ ਸਿਕਿਉਰਡ 50% ਵੋਟ ਹੈਗੀ ਆ, ਤੁਹਾਨੂੰ ਫਿਕਰ ਹੀ ਕੋਈ ਨਹੀਂ। ਇਹ ਨਾ ਹੋਏ ਕਿਤੇ ਆਖਰੀ 2-3 ਦਿਨਾਂ 'ਚ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰੋ ਜਾਂ ਕਾਂਗਰਸ ਦਾ ਵੋਟ ਬੈਂਕ ਪੱਕਾ। ਨਹੀਂ, ਇੱਥੇ ਕਾਂਗਰਸ ਨੂੰ ਵੋਟ ਇੱਥੇ ਕੋਈ ਪਾਉਂਦਾ ਹੀ ਨਹੀਂ। ਸਾਡੇ ਲੋਕ ਦਿਲੋਂ ਨਫ਼ਰਤ ਥੋੜਾ ਬਹੁਤ ਫਿਰ ਤੁਸੀਂ 19 ਤੋਂ 30 ਤੇ ਕਰਵਾਣੀ ਹੈ ਨਾ, ਤਾਂ ਹੀ ਤੁਹਾਡਾ ਫਾਇਦਾ ਹੋਣਾ। ਉਹਨਾਂ ਕੋਲ ਇੰਨੀ ਕੁ ਹੈਗੀ ਆ, ਉਹਦੀ ਪਾਪੂ ਲੈਣਗੇ। ਉਹਨਾਂ ਨੂੰ 30 ਪੈਂਦੀ ਆ ਹਰ ਵਾਰ, 30 ਵੀ ਉਦੋਂ ਪੈਂਦੀ ਆ ਜਦੋਂ ਠੀਕ ਨੇ। ਵੈਸੇ ਤਾਂ ਹੁਣ ਵੀ ਇਹਨਾਂ ਨੂੰ ਚਲੋ ਬਾਈ ਇਲੈਕਸ਼ਨ ਦੇ ਵਿੱਚ ਥੋੜੀ ਵੱਧ ਵੋਟ ਲੈ ਗਏ ਸੀਗੇ, ਅਦਰਵਾਈਜ਼ ਤਾਂ ਇਹਨਾਂ ਨੂੰ 28-30% ਵੋਟ ਇਹਨਾਂ ਕੋਲ ਹੈਗੀ ਆ, ਤੇ ਉਹੀ ਪੈਣੀ ਆ। ਅਕਾਲੀ ਦਲ ਕੋਲੇ ਇੱਥੇ ਵੋਟ ਹੈਗੀ 50%, ਇਕੱਲੇ ਕੋਲੇ 51%। ਤੇ ਜੇ ਬਿਲਕੁਲ ਸਹੀ ਰਹੇ ਅਸੀਂ 51% ਵੋਟ ਆ ਜਿਹੜੀ ਲਵਾਂਗੇ, ਇਸ ਵਾਰ ਵੀ ਲਵਾਂਗੇ। ਤੇ ਆਪ ਤਾਂ ਇਹਨਾਂ ਨੇ ਦੇਖਣਾ ਵੀ ਹੁਣ ਕਿਹੜਾ ਮੁਕਾਬਲੇ ਚਾਹੁੰਦਾ। ਤੁਹਾਡੇ ਦਾਖੇ ਹਲਕੇ ਦੇ ਲੋਕ ਹਮੇਸ਼ਾ ਅਲੱਗ ਜਿਹੇ ਨਤੀਜੇ ਸੁਣਾਉਂਦੇ ਨੇ। ਜੇ ਸਰਕਾਰ ਕਾਂਗਰਸੀ ਹੈ ਤੇ ਬਾਈ ਇਲੈਕਸ਼ਨ 'ਚ ਯਾਲੀ ਉਹਨਾਂ ਨੂੰ ਜਿਤਾ ਦਿੰਦੇ ਨੇ, 2017 'ਚ ਇੱਥੋਂ ਆਮ ਆਦਮੀ ਪਾਰਟੀ ਨੂੰ ਜਿਤਾ ਦਿੰਦੇ ਨੇ, 2019 'ਚ ਮੈਨੂੰ ਯਾਦ ਹੈ ਕਿ ਇੱਥੋਂ ਦੀ ਲੋਕ ਇਨਸਾਫ ਪਾਰਟੀ ਸਿਮਰਜੀਤ ਬੈਂਸ ਨੂੰ ਸਭ ਤੋਂ ਵੱਧ ਵੋਟਾਂ ਦਾਖੇ ਹਲਕੇ 'ਚੋਂ ਪਈਆਂ। ਤੇ ਇਸ ਵਾਰੀ ਲੱਗਦਾ ਤੁਹਾਨੂੰ ਕਿ ਦਾਖੇ ਦੇ ਲੋਕ ਆਪਣੇ ਜਿਹੜੇ ਨਤੀਜੇ ਨੇ ਈਵੀਐਮ ਤੇ ਉਹੀ ਰੈਪੂਟੇਸ਼ਨ ਹੀ ਕਰਨਗੇ ਜਾਂ ਕੁਝ ਨਵਾਂ ਫਿਰ ਇਸ ਵਾਰੀ ਵੱਖਰਾ ਨਾ ਕਰ ਦੇਣ? ਦੇਖੋ, ਇਹਨਾਂ ਨੇ ਹਮੇਸ਼ਾ ਹੀ ਤਕਰੀਬਨ ਜਦ ਦਾ ਮੈਂ ਖੜਾ ਮੇਰਾ ਤਾਂ ਸਾਥ ਦਿੱਤਾ ਹੀ ਦਿੱਤਾ। ਸਾਨੂੰ ਤਾਂ ਵੋਟ ਪਈ ਆ, ਲੇਕਿਨ ਅਸੀਂ ਪਿਛਲੇ ਟਾਈਮ 'ਚ ਜਦੋਂ ਸਰਕਾਰ ਸੀਗੀ ਅਸੀਂ ਕਾਂਗਰਸ ਬਿਲਕੁਲ ਹੀ ਖਤਮ ਕਰ ਬੈਠੇ। ਵੀ ਕਾਂਗਰਸ ਇੰਨੀ ਕਮਜ਼ੋਰ ਹੋ ਗਈ, ਇੱਥੇ ਉਹਨਾਂ ਦਾ ਇੰਚਾਰਜ ਵੀ ਹਲਕਾ ਛੱਡ ਕੇ ਚਲੇ ਗਿਆ, ਉਹ ਮੁੜ ਕੇ ਵੋਟ ਉਹੀ ਬੜੀ, ਫਿਰ ਉਸੇ ਗੱਲ ਤੇ ਆਉਣਾ ਮੈਂ ਨਾ। ਤੇ ਹੁਣੇ ਆਪਦਾ ਠੀਕ ਆਪਦੀ ਪਾਰਟੀ ਦਾ ਕੰਮ ਕਰੀ ਜਾਣ ਤੇ ਆਪਣੇ ਵਰਕਰਾਂ ਨੂੰ ਸੰਭਾਲ ਕੇ ਰੱਖਣ ਤੇ ਤਕੜੇ ਕੋਈ ਸਾਡਾ ਲੜਾਈ ਲੜਨ। ਬਾਕੀ ਨਤੀਜੇ ਦੇਖ ਹੀ ਲਿਆ ਇਹਨਾਂ ਨੇ। ਉਹ ਕਿਉਂ ਤੁਹਾਡੀ ਮਦਦ ਕਰੀ ਜਾਣ? ਉਹ ਕਿਉਂ ਹਮੇਸ਼ਾ ਮਨਪ੍ਰੀਤ ਯਾਲੀ ਦੀ ਮਦਦ ਉਹਨਾਂ ਦੀ ਮਰਜ਼ੀ ਆ, ਉਹ ਜਿੱਤਣ, ਉਹ ਤਾਂ ਆਪਦਾ ਜ਼ੋਰ ਲਾਉਣ। ਠੀਕ ਨਹੀਂ ਗੱਲ? ਉਹ ਤਾਂ ਆਪਣਾ ਜਿੱਥੇ ਕੰਮ ਕਰਨਗੇ ਤਾਂ ਹੀ ਉਹਨਾਂ ਦਾ ਮਾੜਾ ਮੋਟਾ ਬਣਿਆ ਰਹੂਗਾ ਨਾ। ਸੋ ਇਸ ਲਈ ਇਹ ਜਿਹੜੀ ਇੱਥੇ ਕਦੇ ਵੀ ਕਾਂਗਰਸ ਨਹੀਂ ਜਿੱਤੀ। ਸਾਡੇ ਲੋਕ ਨਫ਼ਰਤ ਕਰਦੇ ਆ ਕਾਂਗਰਸ ਨੂੰ। ਤੇ ਹੁਣ ਵੀ ਜੋ ਮਰਜ਼ੀ ਕਰ ਲੈਣ, ਜ਼ੋਰ ਲਾ ਲੈਣ, ਜੋ ਪ੍ਰਮਾਤਮਾ ਦੀ ਮਿਹਰ ਹੋਊਗੀ, ਲੋਕਾਂ ਦਾ ਸਾਥ ਆ। ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ 50% ਵੋਟ ਆ ਜਿਹੜੀ ਘੱਟੋ ਘੱਟ ਲਈਏ। ਅਸੀਂ ਪ੍ਰੈਸ਼ਰ ਦਾ ਜ਼ਿਕਰ ਮੈਂ ਕਰ ਰਿਹਾ ਸੀਗਾ, ਇਨਕਮ ਟੈਕਸ ਦੀਆਂ ਰੇਡਾਂ ਵੀ ਪੈਂਦੇ ਰਹੀਆਂ, ਕੁਝ ਇਸ ਤਰ੍ਹਾਂ ਦੇ ਪ੍ਰੈਸ਼ਰ ਵੀ ਤੁਹਾਨੂੰ ਝੇਲਣੇ ਪਏ। ਸਭ ਕੁਝ ਠੀਕ ਆ ਹੁਣ? ਦੇਖੋ, ਸਾਡੇ ਤੇ ਕੋਈ ਪ੍ਰੈਸ਼ਰ ਨਹੀਂ। ਪ੍ਰੈਸ਼ਰ ਕਾਹਦਾ ਹੁੰਦਾ? ਜੇ ਕੋਈ ਬੰਦੇ 'ਚ ਗਲਤੀ ਹੋਵੇ, ਕਮੀ ਹੋਵੇ। ਜਦੋਂ ਕਮੀ ਹੈ ਹੀ ਨਹੀਂ ਫਿਰ ਪ੍ਰੈਸ਼ਰ ਕਾਹਦਾ? ਮੈਂ ਸਰਕਾਰ ਦੇ ਵਿਰੁੱਧ ਚੋਣ ਲੜੀ ਆ, ਤੇ ਜੇ ਮੇਰੇ 'ਚ ਕਮੀ ਹੁੰਦੀ ਮੈਂ ਲੜ ਲੈਂਦਾ ਜਾਂ ਮੈਨੂੰ ਲੜਨ ਦੇ ਦਿੰਦੇ। ਤੁਹਾਨੂੰ ਪਤਾ ਵੀ ਕਿੰਨੀਆਂ ਨੇ ਸਾਡੀ ਇਨਕੁਆਇਰੀ ਕੀਤੀਆਂ ਹੋਣਗੀਆਂ। ਕਿਤੇ ਸੂਈ ਜਿੰਨਾ ਫਰਕ ਵੀ ਨਹੀਂ ਨਿਕਲ ਸਕਦਾ ਕਿਸੇ ਗੱਲ ਦੇ ਵਿੱਚ ਵੀ, ਕਿਉਂਕਿ ਆਪਣਾ ਰਾਜਨੀਤੀ 'ਚ ਕੋਈ ਪੈਸਾ ਕਮਾਉਣ ਦਾ ਏਜੰਡਾ ਨਹੀਂ, ਕੋਈ ਕਰਪਸ਼ਨ ਕਰਨ ਦਾ ਏਜੰਡਾ ਨਹੀਂ। ਸਾਡਾ ਏਜੰਡਾ ਸਿਰਫ ਲੋਕਾਂ ਦਾ ਭਲਾ ਆਪਣੇ ਕੋਲੋਂ ਕਰਨ ਦਾ। ਆਪਣੇ ਕੋਲੋਂ ਅਸੀਂ ਕਰਦੇ ਹਾਂ, ਕਿਸੇ ਨੂੰ ਜਵਾਬ ਨਹੀਂ, ਕਦੇ ਕਿਸੇ ਤੋਂ ਫੰਡ ਨਹੀਂ, ਕਿਸੇ ਨੂੰ ਕੋਈ ਵਿਗਾਰ ਨਹੀਂ, ਕੋਈ ਗਲਤ ਕੰਮ ਨਹੀਂ। ਇੱਥੇ ਆ ਰੇਤੇ ਦੇ ਟੱਕ ਚੱਲਦੇ ਨੇ। 10 ਸਾਲ ਸਰਕਾਰ ਰਹੀ ਆ, ਭਾਈਓ ਫਿਰ ਇਨਕਮ ਟੈਕਸ ਦੀ ਰੇਡਾਂ ਪੈਂਦੀਆਂ, ਕਹਿੰਦੇ ਯਾਲੀ ਉਹਨਾਂ ਕੋਲ ਪੈਸਾ ਬੜਾ, ਜ਼ਮੀਨਾਂ ਬੜੀਆਂ ਨੇ। ਹੈਗੀਆਂ ਬਿਲਕੁਲ ਹੈਗੀਆਂ ਨੇ। ਟੱਕ ਚੱਲਦੇ ਰੇਤੇ ਦੇ। 10 ਸਾਲ ਸਰਕਾਰ ਰਹੀ ਹੈ ਸਾਡੀ। ਜੇ ਇੱਕ ਟਰੱਕ ਸਾਡੇ ਵਿਗਾਰ ਤੇ ਵੀ ਆਏ, ਰੋਜ਼ ਇੱਕ ਟਿੱਪਰ ਲੱਗਦਾ ਮੇਰੇ ਰੇਤੇ ਦਾ ਸਾਡੀ ਕੰਸਟਰਕਸ਼ਨ ਦੇ, ਆਪਾਂ ਰਾਜਨੀਤੀ ਛੱਡ ਦਿਆਂਗੇ। ਕਿਸੇ ਵੀ ਗੱਲ ਦੇ ਵਿੱਚ ਸਾਬਤ ਕਰ ਦੇਣ, ਆਪਾਂ ਉੱਥੇ ਪੋਲਿਟਿਕਸ ਛੱਡ ਦਿਆਂਗੇ। ਹਾਂ, ਤੁਹਾਡੇ ਵਪਾਰ ਦੇ ਵਿੱਚ ਯੂਜ਼ ਹੁੰਦਾ ਟਿੱਪਰ, ਉਹ ਤੁਸੀਂ ਕਹਿ ਰਹੇ ਹੋ ਕਿ ਵਿਗਾਰ ਵਾਲਾ ਕੋਈ ਨਹੀਂ ਹੁੰਦਾ। ਸੋਚਿਆ ਵੀ ਨਹੀਂ ਜਾ, ਇੱਕ ਵੀ ਆਇਆ ਹੋਵੇ ਵਿਗਾਰ ਦਾ, ਮੈਂ ਤਾਂ ਵੀ ਕਹਿੰਦਾ ਵੀ ਪੋਲਿਟਿਕਸ ਛੱਡ ਦਿਆਂਗੇ ਜੇ ਇੱਕ ਵੀ ਆਇਆ ਹੋਵੇ। ਜਿਹੜੀ ਗੱਲ ਮੈਂ ਉੱਤੇ ਹੋਣਾ, ਦੇਖੋ ਸਾਡੀ ਸਾਰੀ ਜ਼ਮੀਨ ਸ਼ਹਿਰ ਦੇ ਵਿੱਚ ਆ। ਇੱਥੇ ਮੇਰੇ ਪਿੰਡ ਦੇ ਬੰਦੇ ਵੀ ਖੜੇ ਨੇ। ਸਾਡੇ ਸਾਰੇ ਪਿੰਡ ਲੋਕ ਨੇ ਜ਼ਮੀਨਾਂ ਵੇਚ ਕੇ ਅੱਗੇ ਲਈਆਂ ਨੇ, ਇਸੇ ਇਲਾਕੇ 'ਚ ਲਈਆਂ ਨੇ। ਮੇਰਾ ਫਾਰਮ ਇੱਥੇ ਨਾਲ ਹੀ, ਅੱਜ ਤੋਂ ਤਕਰੀਬਨ ਪੋਲਿਟਿਕਸ ਆਉਣ ਤੋਂ ਪਹਿਲਾਂ ਦਾ ਮੇਰਾ ਖਰੀਦਿਆ ਹੋਇਆ 96-7 ਦਾ। ਤੇ ਉਹ ਸਾਡੀ ਜ਼ਮੀਨ ਸ਼ਹਿਰ ਦੇ ਵਿੱਚ ਆ। ਇਨਕਮ ਟੈਕਸ ਡਿਪਾਰਟਮੈਂਟ ਕੀ ਦੇਖਦਾ ਵਾ ਵੀ ਜਦੋਂ ਅਸੀਂ ਉੱਥੋਂ ਸੇਲ ਕਰਦੇ ਹਾਂ, ਕੀ ਅਸੀਂ ਸਾਨੂੰ ਕੁਝ ਟਾਈਮ ਦੇ ਵਿੱਚ ਅੱਗੇ ਜ਼ਮੀਨ ਪਰਚੇਜ਼ ਕਰਨੀ ਪੈਂਦੀ ਆ। ਜੇ ਤੁਸੀਂ ਨਹੀਂ ਖਰੀਦਦੇ ਤਾਂ ਤੁਹਾਨੂੰ ਪ੍ਰੋਪਰਟੀ ਗੇਨ ਟੈਕਸ ਲੱਗਦਾ, ਕਿ ਜਿਹੜਾ ਤੁਸੀਂ ਉਸ ਜ਼ਮੀਨ ਵੇਚਣ ਦਾ ਪੈਸਾ ਉਹਨੂੰ ਤੁਸੀਂ ਸਹੀ ਜਗ੍ਹਾ ਯੂਟਿਲਾਈਜ਼ ਕੀਤਾ ਜਾਂ ਤੁਸੀਂ ਟੈਕਸ ਪੂਰਾ ਭਰ ਰਹੇ ਹੋ। ਉਹਨਾਂ ਦਾ ਮਤਲਬ ਸਿਰਫ ਇੰਨੇ ਨਾਲ ਹੀ ਆ, ਉਹਨਾਂ ਦਾ ਹੋਰ ਕਿਸੇ ਕੰਮ ਨਾਲ ਕੋਈ ਮਤਲਬ ਨਹੀਂ। ਵੀ ਤੁਹਾਡੀ ਇਨਕਮ ਉਹਨਾਂ ਨੇ ਉਹਦੇ ਜਾਣਾ ਜਿਹਦੀ ਇਨਕਮ ਜ਼ਿਆਦਾ ਆ,
ਉਹਨਾਂ ਦਾ ਮਤਲਬ ਸਿਰਫ ਇਨਕਮ ਤੇ ਟੈਕਸ ਦੇਖਣਾ ਉਹਨਾਂ ਨੇ। ਮੇਰੇ ਤੇ 99 ਚ ਇਨਕਮ ਟੈਕਸ ਦੀ ਰੇਡ ਹੋਈ। ਉਦੋਂ ਤਾਂ ਮੈਂ ਰਾਜਨੀਤੀ 'ਚ ਨਹੀਂ ਸੀਗਾ, ਮੈਂ ਤਾਂ ਉਦੋਂ 2004 ਚ ਐਸੇ ਵਰਕਰ ਕੰਮ ਸ਼ੁਰੂ ਕੀਤਾ, ਜਾ ਕੇ 12 ਚ ਮੈਂ ਐਮਐਲਏ ਬਣਿਆ। ਤੇ ਉਦੋਂ ਫਿਰ 99 ਦੇ ਵਿੱਚ ਉਦੋਂ ਕੀ ਸੀਗਾ ਗੱਲ ਕੀ ਵੀ ਜਿਹੜੀ ਜ਼ਮੀਨ ਸਾਡੇ ਕੋਲ ਬਹੁਤ ਜ਼ਿਆਦਾ ਸੀਗੀ ਸਾਰੀ ਸ਼ਹਿਰ ਦੇ ਵਿੱਚ, ਉਹਦੀ ਕੀਮਤ ਹੀ ਇੰਨੀ, ਸਾਨੂੰ ਕੋਈ ਸੋਚਣ ਦੀ ਲੋੜ ਹੀ ਨਹੀਂ ਹੈਗੀ। ਅਸੀਂ ਤਾਂ ਜਿੰਨਾ ਆਪਣੇ ਸੰਭਾਲ ਲਈ ਬਹੁਤ ਵੱਡੀ ਗੱਲ, ਅਸੀਂ ਤਾਂ ਉਹਦੇ ਚੋਂ ਇਸੇ ਕਰਕੇ ਕਹਿੰਦੇ ਵੀ ਚਲੋ ਇੰਨਾ ਕੁਛ ਹੈਗਾ ਪਰਮਾਤਮਾ ਦਾ। ਫਿਰ ਮੈਂ ਦੱਸਾਂ ਤੁਹਾਨੂੰ, ਫਿਰ ਸਾਡੇ ਕੋਲੋਨਾਈਜ਼ਰ ਆਏ ਉੱਥੇ, ਜਦੋਂ ਸ਼ਹਿਰ ਜ਼ਮੀਨਾਂ ਆਈਆਂ ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਲੋਕਾਂ ਨੂੰ ਸਮੇਂ ਸਿਰ ਪੈਸਾ ਨਹੀਂ ਦਿੱਤਾ। ਫਿਰ ਅਸੀਂ ਪਹਿਲਾਂ ਤਾਂ ਉਹ ਜ਼ਿਮੀਂਦਾਰਾਂ ਦਾ ਸਾਥ ਦਿੱਤਾ, ਲੋਕਾਂ ਉਹਨਾਂ ਦੇ ਪੈਸੇ ਦਵਾਏ ਜਾਂ ਉਹਨਾਂ ਤੋਂ ਜਗ੍ਹਾ ਛਡਵਾਈਆਂ ਜਾਂ ਪਲਾਟ ਛਡਵਾਏ। ਬਾਅਦ 'ਚ ਫਿਰ ਮੈਂ ਉੱਥੇ ਐਜ਼ ਏ ਕੋਲੋਨਾਈਜ਼ਰ ਕੰਮ ਕਰਨਾ ਸ਼ੁਰੂ ਕੀਤਾ। ਤੇ ਸਾਡਾ ਕੰਮ ਆ ਜਿਹੜਾ, ਤੁਸੀਂ ਪਤਾ ਕਰ ਲਿਓ ਵੀ ਕੋਈ ਵੀ ਜ਼ਿਮੀਂਦਾਰ ਜਿਨ੍ਹਾਂ ਨੇ ਸਾਨੂੰ ਜ਼ਮੀਨ ਦੇਣੀ ਆ, ਉਹ ਜੇ 10 ਕਿੱਲੇ ਵੇਚਣਗੇ ਤਾਂ ਅੱਗੇ ਉਹਨਾਂ ਦੇ 50-60 ਬਣਨਗੇ ਤੇ ਉਹਨਾਂ ਨੂੰ ਕੋਈ ਦਿੱਕਤ ਹੀ ਨਹੀਂ, ਫਿਰ ਟੈਨਸ਼ਨ ਖਤਮ ਆ। ਕਿਉਂਕਿ ਅਸੀਂ ਆਪਦੀ, ਮੈਂ ਲਾਈਫ ਦੇ ਵਿੱਚ ਸਿਰਫ ਕੰਮ ਕੀਤਾ ਇਮੇਜ ਤੇ ਰੈਪੂਟੇਸ਼ਨ ਤੇ, ਹੋਰ ਆਪਾਂ ਨੂੰ ਕੋਈ ਪਰਵਾਹ ਨਹੀਂ, ਪੈਸੇ ਪੂਸੇ ਮਗਰ ਅਸੀਂ ਨਹੀਂ ਗਏ, ਕਦੇ ਵੀ ਨਾ ਜਾਣਾ। ਇਮੇਜ ਤੇ ਰੈਪੂਟੇਸ਼ਨ ਤੇ ਕੰਮ ਕੀਤਾ ਤੇ ਉਹਦੇ 'ਚ ਕਦੇ ਵੀ ਕੰਪਰੋਮਾਈਜ਼ ਨਹੀਂ, ਤੇ ਉਹਦੇ ਵਿੱਚ ਕਦੇ ਵੀ ਕੋਈ ਤੁਹਾਨੂੰ ਲੱਗ ਹੀ ਨਹੀਂ ਸਕਦਾ ਵੀ ਕੋਈ ਬੰਦਾ ਕਹਿ ਦੇਵੇ, ਸਾਬਤ ਕਰ ਦੇਵੇ ਕਦੇ ਸਾਹਮਣੇ ਬਾਲਿਓ ਮੇਰੇ ਵੀ ਜੀ ਤੁਸੀਂ ਇੱਥੇ ਕਸੂਰਵਾਰ ਹੋ। ਜਵਾਨ ਕਰਕੇ ਵੀ ਨਹੀਂ ਮੁੱਕਰਦੇ ਕਦੇ, ਲਿਖਤਾਂ ਤਾਂ ਬਹੁਤ ਦੂਰ ਦੀਆਂ ਗੱਲਾਂ ਹਨ ਵੀ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਅਸੀਂ ਵੀ ਜਵਾਨ ਵੀ ਹੋ ਗਈ। ਜਿਹੜੀ ਰੇਡ ਹੋਈ ਸੀ ਉਹਦਾ ਕੀ ਬਣਿਆ, ਕੀ ਜਿੱਦਾਂ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕਰੀਬੀਆਂ ਕੋਲੋਂ ਤੇ ਉਹ 10 ਕਰੋੜ ਰੁਪਏ ਦਾ ਥੱਦੀਆਂ ਮਿਲੀਆਂ, ਤੁਹਾਡੇ ਕੋਲੋਂ ਇਨਕਮ ਟੈਕਸ ਬੋਰਡ ਨੂੰ ਕੀ ਮਿਲਿਆ? ਕੁਛ ਵੀ ਨਹੀਂ, ਹੈ ਹੀ ਨਹੀਂ। ਜੋ ਸੀਗਾ ਸਾਰਾ ਲੀਗਲ ਸੀਗਾ, ਜੋ ਲੀਗਲ ਹੋਣਾ ਚਾਹੀਦਾ, ਜਿੰਨੀਆਂ ਸਾਡੇ ਕੋਲ ਜੋ ਗੋਲਡ ਹੋਣਾ ਚਾਹੀਦਾ, ਹਰ ਚੀਜ਼ ਲੀਗਲ ਆ, ਕੋਈ ਕਮੀ ਹੈ ਹੀ ਨਹੀਂ, ਕੋਈ ਫਰਕ ਹੈ ਹੀ ਨਹੀਂਗਾ ਕੋਈ। ਸੋ ਜੋ ਜਿੰਨਾ ਕੈਸ਼ ਆ, ਜਿੰਨਾ ਚਾਹੀਦਾ ਕੈਸ਼ ਇਨ ਹੈਂਡ ਆ, ਉਨਾ ਹੀ ਕੈਸ਼ ਹੈਗਾ ਸਾਡੇ ਕੋਲੇ। ਹੁਣ ਦੇਖੋ ਅਸੀਂ ਤਕਰੀਬਨ 500 ਕਿੱਲੇ ਦੀ ਖੇਤੀ ਕਰਵਾਉਂਦੇ ਹਾਂ, ਸਾਡੇ ਕੋਲੇ ਸੈਂਕੜੇ ਬੰਦੇ ਕੰਮ ਕਰਦੇ ਆ ਕੰਪਨੀ ਦੇ ਵਿੱਚ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਕਾਲੋਨੀ ਦਾ ਚੱਲ ਰਿਹਾ, ਰੋਡਸ ਬਣ ਰਹੀਆਂ ਨੇ, ਸੀਵਰੇਜ ਪੈ ਰਹੇ, ਸਾਰੇ ਕੰਮ ਚੱਲਦੇ ਨਾ। ਸਾਡੇ ਕੋਲੇ ਕੈਸ਼ ਇਨ ਹੈਂਡ 37 ਲੱਖ ਰੁਪਇਆ ਸੀਗਾ, ਜਿਹੜਾ ਪੇਪਰਸ ਦੇ ਬੁੱਕਸ ਦੇ ਵਿੱਚ ਸੀਗਾ। ਤੇ ਜਿਹੜੇ ਇੱਕ ਗਰੀਬ ਮੁੱਖ ਮੰਤਰੀ ਜਿਹਦਾ ਕੋਈ ਕਾਰੋਬਾਰ ਨਹੀਂ, ਜਿਹਦਾ ਕੋਈ ਬਿਜ਼ਨਸ ਨਹੀਂ, ਜਿਹਦਾ ਕੋਈ ਮੇਰੇ ਖਿਆਲ ਜ਼ਮੀਨ ਜਾਇਦਾਦ ਨਹੀਂ, ਜਿਹੜੇ ਕਹਿੰਦੇ ਉਹਨਾਂ ਦੇ ਭਤੀਜੇ ਦੇ ਘਰੇ ਮਿਲਿਆ 10 ਕਰੋੜ ਰੁਪਈਆ। ਠੀਕ ਨਹੀਂ, ਉਹ ਕਹਿੰਦੇ ਕੇਂਦਰ ਸਰਕਾਰ ਬਦਲੇ ਦੀ ਭਾਵਨਾ ਦੇ ਨਾਲ ਜਾਂ ਮਿਸਯੂਜ਼ ਕਰ ਰਹੀ ਅਫਸਰਾਂ ਦਾ, ਕਿਉਂਕਿ ਤੁਹਾਡੇ ਵੀ ਰੇਟ ਪਈ ਹੈ ਤੇ ਤੁਹਾਨੂੰ ਵੀ ਲੱਗਦਾ ਬਦਲੇ ਦੀ ਭਾਵਨਾ ਨੇ, ਪਰ ਜੋ ਕਮੀ ਕੋਈ ਨਹੀਂ, ਫਿਰ ਬਦਲਾ ਕਾਹਦਾ ਵਾ, ਹੈ ਹੀ ਨਹੀਂ ਕੋਈ, ਫਿਰ ਤੁਹਾਨੂੰ ਡਰ ਕਾਹਦਾ? ਜਦੋਂ ਤੁਹਾਡੇ 'ਚ ਕੋਈ ਕਮੀ ਹੋ, ਬਦਲਾ ਤਾਂ ਹੀ ਕਰੂ ਨਾ ਕੋਈ। ਮੈਂ ਰਿਸ਼ਤੇਦਾਰਾਂ ਤੇ ਧਿਆਨ ਨਹੀਂ ਨਾ ਰੱਖ ਪਾਇਆ, ਰਿਸ਼ਤੇਦਾਰ ਕੀ ਕਰ ਰਹੇ ਨੇ। ਸੋ ਇਹਦਾ ਜੇ ਇਹਦੇ ਹੋ ਜਾਂਦੀ ਨਾ, ਮੇਰਾ ਖਿਆਲ 200-300 ਕਰੋੜ ਨਿਕਲਣਾ ਸੀਗਾ। ਹੋਈ ਉਹਦੇ ਮੂਹਰੇ ਸਕਾਟ ਲਾਈਆਂ ਹੋਈਆਂ, ਰਿਸ਼ਤੇਦਾਰ ਦੇ ਮੂਹਰੇ ਸਾਰਾ ਕੁਝ ਕੀਤਾ ਹੋਇਆ, ਸਾਰਾ ਉਹ ਨਿਕਲੇ ਆਉਣਾ, ਸਾਰਾ ਕੁਝ ਸਾਹਮਣੇ ਆ ਜਾਣਾ। ਦੇਖੋ ਵੈਸੇ ਮੈਂ ਦੱਸਾਂ, ਕੋਈ ਵੀ ਲੀਡਰ ਆ ਜਿਹੜਾ ਉਹ ਜੋ ਕਰਦਾ ਵਾ, ਜੋ ਉਹਦਾ ਕਾਰੋਬਾਰ ਆ, ਜੋ ਉਹਦੀ ਸੋਚ ਆ, ਇਹ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਆਈ ਜਾਂਦੀ ਆ। ਠੀਕ ਆ, ਅਸੀਂ ਨਵੇਂ ਆਏ, ਵਿਰੋਧੀਆਂ ਨੇ ਬੜਾ ਕੁਝ ਕਿਹਾ, ਲੋਕ ਨਹੀਂ ਜਾਣਦੇ ਸੀ, ਲੱਗਦਾ ਯਾਰ ਪਤਾ ਨਹੀਂ ਕੋਈ ਇੱਦਾਂ ਦੀ ਗੱਲ ਹੋ ਗਈ ਹੋਊ, ਪੁਰਾਣੇ ਬੰਦੇ ਜਾਣਦੇ ਸੀ। ਲੇਕਿਨ ਟਾਈਮਲੀ ਹੁਣ ਕੋਈ ਟੌਪਿਕ ਹੀ ਨਹੀਂ ਰਹਿੰਦਾ, ਹੌਲੀ ਟੌਪਿਕ ਹੀ ਖਤਮ ਹੋ ਜਾਣਗੇ। ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਮਿਹਰ ਕਰੂਗਾ, ਰਾਜਨੀਤੀ 'ਚ ਕਿੰਨਾ ਚਿਰ ਰਹਿਣਾ, ਟੌਪਿਕ ਹੀ ਨਹੀਂ ਹੋਊਗਾ ਸਾਡੇ ਤੇ ਵੀ ਕੋਈ ਬੰਦਾ ਗੱਲ ਕਰੇ। ਬੀਜੇਪੀ ਤੇ ਆਰੋਪ ਲੱਗਦੇ, ਕਹਿੰਦੇ ਏਜੰਸੀਆਂ ਦਾ ਇਸਤੇਮਾਲ ਕਰਦੇ ਲੀਡਰਾਂ ਨੂੰ ਆਪਣੇ ਵੱਲ ਖਿੱਚਣ ਲਈ, ਤੇ ਕਿੱਥੇ ਜੋ ਮਨਪ੍ਰੀਤ ਸਿੰਘ ਯਾਲੀ ਉਹਨਾਂ ਦੇ ਰੇਡ ਪਈ ਆਪਣੇ ਵੱਲ ਖਿੱਚਣ ਲਈ, ਉਹ ਪ੍ਰੈਸ਼ਰ ਵਾਲਾ ਤਾਂ ਨਹੀਂ ਤੁਹਾਨੂੰ ਕਦੀ ਮਹਿਸੂਸ ਜਾਂ ਕੋਈ ਮੈਸੇਜ ਆਇਆ ਇੱਦਾਂ ਦਾ? ਨਹੀਂ, ਕੋਈ ਹਾਂ ਕੀਤੀ ਕੋਸ਼ਿਸ਼, ਬੀਜੇਪੀ ਨੇ ਕੀਤੀ, ਬੀਜੇਪੀ ਨੇ ਵੀ ਕੀਤੀ, ਆਮ ਆਦਮੀ ਨੇ ਵੀ ਕੀਤੀ ਆ। ਉਹ ਆਮ ਆਦਮੀ ਦੇ ਕਹਿੰਦੇ ਤੁਸੀਂ ਚਾਹੁੰਦੇ ਦੱਸੋ ਕੀ ਹੋ, ਜੋ ਕੌਣ ਕਹਿੰਦਾ ਸੀ? ਚਲੋ ਉਹਨਾਂ ਦਾ ਲੀਡਰ ਜਿਹੜਾ ਇੰਚਾਰਜ ਸੀ ਉਹ ਕਹਿੰਦਾ ਸੀਗਾ। ਇੰਚਾਰਜ ਦੋ ਨੇ, ਰਾਘਵ ਚੱਡਾ ਤੇ ਇੱਕ ਜਰਨਾ, ਫਿਰ ਦੱਸ ਦਿਓ, ਫਿਰ ਤੁਸੀਂ ਲਾ ਲਓ ਵੀ ਕਹਿੰਦਾ ਹੋਊ, ਮੇਰੇ ਕੋਲ ਤਾਂ ਪ੍ਰੂਫ ਵੀ ਹੈਗੇ ਨੇ, ਮੈਂ ਤੁਹਾਨੂੰ ਕਾਲਸ ਵੀ ਦਿਖਾ ਸਕਦਾ। ਵੱਡਾ ਐਲੀਗੇਸ਼ਨ ਲਾ ਰਹੇ ਹੋ ਤੁਸੀਂ। ਐਲੀਗੇਸ਼ਨ ਥੋੜੀ ਆ ਵੀ ਅਗਲਾ ਕੋਸ਼ਿਸ਼ ਕਰਦਾ ਵੀ ਮੀਟਿੰਗ ਕਰ ਲਓ, ਮੈਂ ਕਰਨੀ ਹੀ ਨਹੀਂ, ਕਦ ਲਈ ਕਰਨੀ ਹੈ? ਤੁਸੀਂ ਮਨਾ ਕਰ ਦਿਓ, ਕਹਿੰਦੇ ਜੋ ਚਾਹੁੰਦੇ ਹੋ ਦੱਸੋ ਕੀ ਚਾਹੁੰਦੇ। ਬਸ ਮੈਂ ਚਾਹੁੰਦੇ ਵੀ ਅਸੀਂ ਆਪਣੀ ਪਾਰਟੀ ਦੇ ਵਫਾਦਾਰ ਰਹੀਏ, ਬਸ ਇਹਦੇ 'ਚ ਰਹੀਏ, ਚਾਹੇ ਮਿਲੇ ਕੁਛ ਨਾ ਮਿਲੇ। ਮੈਂ ਤੁਹਾਨੂੰ ਦੱਸਦਾ, ਉਹ ਤਾਂ ਕਹਿੰਦੇ ਕੇਜਰੀਵਾਲ ਕਹਿੰਦੇ ਆਪਾਂ ਦੂਜੀ ਪਾਰਟੀਆਂ ਦਾ ਕੂੜਾ ਲੈਣਾ ਹੀ ਨਹੀਂ ਆਪਣੇ ਨਾਲ, ਤੇ ਤੁਸੀਂ ਕਹਿ ਰਹੇ ਹੋ ਇੰਚਾਰਜ ਤੁਹਾਡੇ ਨਾਲ ਸੰਪਰਕ ਦੇ ਵਿੱਚ ਸੀਗੇ। ਉਹ ਲਿਆ ਹੀ ਕੂੜਾ, ਚੰਗਾ ਗਿਆ ਹੀ ਨਹੀਂ ਕੋਈ ਉਹਨਾਂ ਕੋਲੇ, ਚੰਗਾ ਕਿਉਂ ਜਾਊਗਾ ਕੂੜਾ? ਉਹਨੇ 32 ਬੰਦੇ ਉਹਨਾਂ ਕੋਲ ਇਦਾਂ ਦੇ ਨੇ ਜਿਹੜੇ ਅਕਾਲੀ ਦਲ ਕਾਂਗਰਸ 'ਚੋਂ ਆਏ ਹੋਏ ਨੇ ਨਾ, ਰਿਜੈਕਟਡ, ਉਹਨੇ ਲਿਆ ਹੀ ਕੂੜਾ ਵਾ ਸਾਰਾ। ਸੋ ਜਿਹੜੀ ਬੀਜੇਪੀ ਦੀ ਮੈਂ ਗੱਲ ਕਰਾਂ, ਜੇ ਬੀਜੇਪੀ ਤਾਂ ਜੇ ਮੈਨੂੰ ਪ੍ਰਧਾਨ ਮੰਤਰੀ ਬਣਾ ਮੈਂ ਤਾਂ ਵੀ ਨਹੀਂ ਜਾਂਦਾ, ਉਹ ਤਾਂ ਹੋਰ ਆਫਰਾਂ ਨੇ। ਕਿਉਂਕਿ ਸਾਡੀ ਜਿਹੜੀ ਸੋਚ ਹੈਗੀ ਆ, ਕਾਂਗਰਸ, ਬੀਜੇਪੀ, ਆਮ ਆਦਮੀ, ਇਹ ਸਾਡੀ ਕਦੇ ਵੀ ਸਾਡੀ ਸਕੀ ਨਹੀਂ ਹੋ ਸਕਦੇ। ਇਹ ਸਾਨੂੰ ਲੁੱਟਣ ਲਈ ਆਉਂਦੇ ਨੇ, ਇਹ ਸਾਡੇ ਕੋਲ ਵੋਟਾਂ ਲੈਣ ਆਉਂਦੇ, ਇਹਨਾਂ ਨੇ ਸਾਡਾ ਭਲਾ ਨਹੀਂ ਕੀਤਾ, ਨਾ ਕਰਨਾ ਕਦੇ। ਅਕਾਲੀ ਦਲ ਇੱਕ ਪਾਰਟੀ ਆ ਸਾਡੀ, ਜਿਹੜੀ ਸਾਡੀ ਮਾਂ ਪਾਰਟੀ ਆ, ਜਿਹਦਾ ਇੰਟਰਸਟ ਸਿਰਫ ਪੰਜਾਬ ਦੇ ਨਾਲ ਆ, ਪੰਜਾਬ ਦੇ ਲੋਕਾਂ ਨਾਲ ਆ। ਇਹ ਦੂਜੀਆਂ ਪਾਰਟੀਆਂ ਦਿੱਲੀ ਜਾ ਕੇ ਦਿੱਲੀ ਦੀ ਗੱਲ ਕਰਦੇ ਆ, ਹਰਿਆਣੇ ਜਾ ਕੇ ਹਰਿਆਣੇ ਦੀ ਕਰਦੇ ਆ, ਪੰਜਾਬ ਜਾ ਕੇ ਪੰਜਾਬ ਦੀ ਗੱਲ ਕਰਦੇ ਆ। ਸੋ ਇਸ ਲਈ ਇਹੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ, ਪੰਜਾਬ ਦੇ ਭਲੇ ਦੀ ਗੱਲ ਕਰ ਸਕਦੀ ਹੈ, ਉਹ ਹੈ ਇਕੱਲੀ ਸ਼੍ਰੋਮਣੀ ਅਕਾਲੀ ਦਲ। ਤੁਸੀਂ ਅਕਾਲੀ ਦਲ ਦੇ ਵੱਡੇ ਨੇਤਾ, ਹੁਣ ਮੈਂ ਪੰਜਾਬ ਦੇ 2 ਸਵਾਲ ਲਵਾਂਗਾ। ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪਾਰਟੀ ਦੀ ਸਰਕਾਰ ਇਸ ਵਾਰ ਬਣ ਸਕਦੀ ਹੈ? ਹਾਲਾਂਕਿ ਤੁਹਾਡੇ ਹਲਕੇ ਦੇ ਵਿੱਚ ਆ ਕੇ ਹੀ
ਰਾਹੁਲ ਗਾਂਧੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ, ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਬਣਾਇਆ। ਉਧਰੋਂ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਨੇ। ਕਿ ਸੁਖਬੀਰ ਬਾਦਲ ਇਹਨਾਂ ਦੋਵਾਂ ਨੇਤਾਵਾਂ ਨੂੰ ਹਰਾ ਕੇ ਆਪਣੀ ਸਰਕਾਰ ਬਣਾਉਣ 'ਚ ਕਾਮਯਾਬ ਹੋਣਗੇ? ਵੈਸੇ ਤਾਂ ਰਾਹੁਲ ਗਾਂਧੀ ਦਾ ਤੁਸੀਂ ਦੇਖੋ ਵੀ ਜਦੋਂ ਦਾ ਪੋਲਿਟਿਕਸ 'ਚ ਆਇਆ ਵੀ ਉਹ ਜਿਹੜੇ ਹਲਕੇ ਚਲੇ ਉਹ ਹਲਕਾ ਜਿੱਤਦਾ ਨਹੀਂ, ਇਹ ਸ਼ਿਓਰ ਆਏ। ਪਤਾ ਨਹੀਂ ਉਹਨੇ ਕਿਉਂ ਸਾਡਾ ਹੀ ਚੂਜ਼ ਕੀਤਾ, ਤੇ ਇਹਦਾ ਤਾਂ ਚਲੋ ਕੰਮ ਹੋ ਗਿਆ ਨਾ ਇੱਕ ਤਾਂ। ਤੇ ਦੂਸਰਾ ਜਿਹੜਾ ਹੈਗਾ ਵੀ ਸਰਕਾਰ ਆ ਜਿਹੜੀ ਪਿਛਲੀ ਵਾਰ ਆਮ ਆਦਮੀ 100 ਸੀਟਾਂ ਜਿੱਤਦੇ ਸੀਗੇ, 20 ਆਈਆਂ ਨੇ। ਇਸ ਵਾਰ ਉਹ ਜਿੱਤਦੇ ਹੀ ਆਪਦੇ ਹਿਸਾਬ ਨਾਲ 40 ਨੇ, ਤੇ ਮੇਰੇ 5 ਵੀ ਨਹੀਂ ਆਉਣੀਆਂ ਹੈਗੀਆਂ। ਸੋ ਠੀਕ ਆ, ਪਿਛਲੀ ਵਾਰ ਨਾ ਸਾਡੀ ਐਂਟੀ ਇਨਕੰਬੈਂਸੀ ਸੀਗੀ, ਜਿਹੜਾ ਵੋਟ ਬੈਂਕ ਸਾਡਾ ਜ਼ਿਆਦਾ ਗਿਆ। ਪਿਛਲੀ ਵਾਰ ਕੀ ਸੀ, ਜਿਹੜਾ ਸਾਡਾ NRI ਸੀ ਉਹ ਆਪ ਵੱਲ ਕਾਫੀ ਖਿੱਚਿਆ ਗਿਆ। ਸਾਡੀ ਜਿਹੜੀ ਜੱਟ ਕਮਿਊਨਿਟੀ ਆ ਖਾਸ ਤੌਰ ਤੇ, ਉਹ ਵੀ ਬਹੁਤ ਬਾਹਰ ਜ਼ਿਆਦਾ ਵਾ ਬਾਕੀ ਕਮਿਊਨਿਟੀਜ਼ ਨਾਲੋਂ, ਉਹਨਾਂ 'ਤੇ ਪ੍ਰਭਾਵ ਜ਼ਿਆਦਾ ਸੀ। ਸਾਡਾ ਯੂਥ ਵੀ ਉਸ ਟਾਈਮ ਜਿਹੜਾ ਸੀਗਾ ਉਹ ਆਮ ਆਦਮੀ ਨਾਲ ਗਿਆ ਸੀ। ਇਸ ਵਾਰ ਕੀ ਆ, NRI ਸਾਡੀ ਸਪੋਰਟ 'ਤੇ ਨੇ। ਸਾਡੀ ਜਿਹੜੀ ਜੱਟ ਕਮਿਊਨਿਟੀ ਹੈਗੀ ਆ, ਉਹਨਾਂ ਨੇ ਕਿਉਂਕਿ ਜਾ ਕੇ ਦੇਖ ਲਿਆ, ਉਹਨਾਂ ਨੇ ਵੀ ਧੋਖਾ ਖਾ ਕੇ ਦੇਖ ਲਿਆ, ਉਹ ਸਾਡੇ ਨਾਲ ਨੇ ਅੱਜ ਸਾਰੇ। ਸੋ ਅੱਜ ਜਿਹੜਾ ਕਾਂਗਰਸ ਦਾ ਵੋਟ ਬੈਂਕ ਹਿੱਲਿਆ ਹੋਇਆ, ਅੱਜ ਇਹਨਾਂ ਦਾ ਵੋਟ ਬੈਂਕ ਹਿੱਲਿਆ, ਸਾਡਾ ਵੋਟ ਬੈਂਕ ਵਾਪਸ ਆ ਗਿਆ ਸਾਰਾ। ਤੇ ਇਸ ਲਈ ਨਤੀਜੇ ਜਿਹੜੇ 17 ਦੇ ਵਿੱਚ ਆਏ ਸੀ ਉਹੀ ਅਕਾਲੀ ਦਲ ਦੇ ਹੱਕ 'ਚ ਆਉਣਗੇ। ਉਸ ਸੇਮ ਤਕਰੀਬਨ ਇਹਨਾਂ ਨੂੰ ਅੱਗੇ 20 ਮਿਲੀਆਂ ਸੀ, ਇਹਨਾਂ ਨੂੰ 10 ਮਿਲਣਗੀਆਂ। ਉਧਰ ਪਤਾ ਨਹੀਂ 80 ਤੋਂ ਵੀ ਅੱਗੇ ਜਾ ਸਕਦੀਆਂ ਨੇ। ਆਖਰੀ 2 ਸਵਾਲ ਲਵਾਂਗਾ ਮੈਂ, ਕਿਉਂਕਿ ਸਥਿਤੀ ਜੇ ਆਮ ਲੋਕਾਂ 'ਚ ਆਪਾਂ ਵਿਚਰ ਰਹੇ ਹਾਂ, ਕਹਿੰਦੇ ਹੰਗ ਅਸੈਂਬਲੀ ਹੋ ਸਕਦੀ ਹੈ। ਜੇ ਅਕਾਲੀ ਦਲ ਇਹੋ ਜਿਹੀ ਪੋਜੀਸ਼ਨ ਦੇ ਵਿੱਚ ਆ ਗਿਆ ਕਿ ਲਾਰਜੈਸਟ ਪਾਰਟੀ ਬਣ ਜਾਂਦਾ ਔਰ ਅਲਾਇੰਸ ਦੇ ਲਈ BJP ਦੀ ਲੋੜ, ਔਰ BJP ਵੀ ਉਸ ਸਥਿਤੀ ਦੇ ਵਿੱਚ ਹੋਵੇ ਕਿ ਦੋਵੇਂ ਪਾਰਟੀਆਂ ਸਰਕਾਰ ਬਣਾ ਸਕਦੀਆਂ, ਮਨਪ੍ਰੀਤ ਯਾਲੀ ਉਹਨਾਂ ਦੀ ਕੀ ਸਲਾਹ ਹੋਏਗੀ ਉਸ ਵੇਲੇ? ਉਹਦਾ ਰਿਜ਼ਲਟ ਆਏ ਤਾਂ ਦੇਖਾਂਗੇ ਅਜੇ, ਲੇਕਿਨ ਮੈਂ BJP ਦੇ ਹੱਕ 'ਚ ਕਦੇ ਨਹੀਂ ਹੈਗਾ। ਜਦੋਂ ਅਲਾਇੰਸ ਸੀ ਅਸੀਂ ਉਦੋਂ ਵੀ ਉਹਦੇ ਖਿਲਾਫ ਹੀ ਰਹੇ ਹਾਂ, ਕਿਉਂਕਿ ਜਿਹੜੀ ਸਾਡੀ ਸੋਚ ਆ, ਅਸੀਂ ਇੱਥੋਂ ਦੇ ਜਿਹੜੇ ਲੋਕਾਂ ਦੀ ਸੋਚ ਆ ਉਹ ਪੰਥਕ ਸੋਚ ਆ, ਅਸੀਂ ਉਹ ਸੋਚ ਨਾਲ ਚੱਲਦੇ ਹਾਂ। ਮੈਂ ਬਾਈ ਇਲੈਕਸ਼ਨ ਦੇ ਵਿੱਚ ਵੀ ਮੈਂ ਇਹ ਵੀ ਨਹੀਂ ਕਿਹਾ ਸੀ ਵੀ ਸਾਡਾ ਸਾਂਝਾ ਉਮੀਦਵਾਰ ਆ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਲਿਖਿਆ ਸੀਗਾ। ਤੇ ਉਹਨਾਂ ਦਾ ਕਿਸੇ ਲੀਡਰ ਨੂੰ ਨਾ ਅਸੀਂ ਬੁਲਾਇਆ ਸੀਗਾ, ਨਾ ਉਹਨਾਂ ਨੇ ਸਾਡੀ ਮਦਦ ਕੀਤੀ ਸੀਗੀ। ਉਹ ਸਾਰੇ ਕਾਂਗਰਸ ਨਾਲ ਸੀਗੇ ਉਦੋਂ ਵੀ। ਸੋ ਇਸ ਲਈ ਮੈਂ ਤਾਂ ਡੈਡਲੀ ਅਗੇਂਸਟ ਹਾਂ। ਬਾਕੀ ਪਾਰਟੀ ਨੇ ਫੈਸਲੇ ਲੈਣੇ, ਉਹ ਮੌਕੇ ਦੇ ਹਿਸਾਬ ਨਾਲ ਵਿਚਾਰ ਕੀਤਾ ਜਾਊ। ਜਦੋਂ ਆਹ 3 ਆਰਡੀਨੈਂਸ ਆਏ ਉਦੋਂ ਵੀ ਸਭ ਤੋਂ ਪਹਿਲਾਂ ਮੈਂ ਹੀ ਸਟੇਟਮੈਂਟ ਦਿੱਤੀ ਸੀ ਵੀ ਸਾਨੂੰ ਇਹਨਾਂ ਸਾਥ ਛੱਡ ਦੇਣਾ ਚਾਹੀਦਾ ਤੇ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇਣਾ ਚਾਹੀਦਾ ਹਰਸਿਮਰਤ ਕੌਰ ਬਾਦਲ ਨੂੰ। ਆਖਰੀ ਸਵਾਲ, ਇੰਚਾਰਜ ਸਾਹਿਬ ਕੀ ਕਹਿੰਦੇ, ਥੋੜਾ ਹੋਰ ਵਿਸਤਾਰ ਨਾਲ ਦੱਸ ਦਿਓ। ਉਹਨਾਂ ਨੂੰ ਇਹ ਸੀ ਪਤਾ ਨਹੀਂ ਸੀ, ਚੰਗੇ ਬੰਦੇ ਨੂੰ ਲੈ ਕੇ ਆਈ ਹੈ ਵੀ ਕਿਵੇਂ ਨਾ ਕਿਵੇਂ ਕੀ ਫੋਨ ਕਰਦੇ ਸੀਗੇ ਤੁਹਾਨੂੰ? ਅਪਰੋਚ ਕਰਦੇ ਸੀ, ਫੋਨ ਵੀ ਕਰਦੇ ਸੀਗੇ। ਹਾਂ, ਫੋਨ ਕਰਤੇ ਉਹਨਾਂ ਨੇ, ਮੇਰਾ ਹਰੇਕ ਨੂੰ ਕੀਤਾ, BJP ਵਾਲੇ ਨੇ ਹਰੇਕ ਨੂੰ ਕੀਤਾ, ਕਾਂਗਰਸ ਨੇ ਵੀ ਕੀਤਾ। ਮੈਂ ਤਾਂ ਕਾਂਗਰਸ ਵਾਲੇ ਮੈਨੂੰ ਅਪਰੋਚ ਕੀਤਾ, ਤੁਸੀਂ ਕਹਿੰਦੇ ਦੱਸੋ ਤੁਸੀਂ ਵੀ ਉਹਨਾਂ ਨੇ ਅਪਰੋਚ ਕੀਤਾ। ਕੋਈ ਮੈਨੂੰ ਝੂਠ ਬੋਲੀ? ਆਪਣੇ ਪਾਰਟੀ ਪ੍ਰਧਾਨ ਨੂੰ ਦੱਸਿਆ ਕਿ ਫੋਨ ਆ ਰਿਹਾ, ਮੈਨੂੰ ਬੜੀਆਂ ਆਫਰ ਆ ਰਹੀਆਂ, ਜੇ ਸਰਕਾਰ ਬਣੀ ਤਾਂ ਫਿਰ ਕੈਬਨਿਟ 'ਚ ਲੈ ਲਿਓ? ਨਹੀਂ, ਕੀ ਕੈਬਨਿਟ ਕਰਕੇ ਥੋੜੀ ਆ, ਉਹਨਾਂ ਦੇ ਨਾਲ ਆ, ਵਫਾਦਾਰ ਆ। ਸਾਨੂੰ ਮੈਂ ਕਹਿੰਦਾ ਦੇਖੋ ਪਤਾ ਕੀ ਆ, ਲੀਡਰ ਕਦੇ ਵੀ ਪਾਰਟੀ ਦੇ ਪ੍ਰਮੋਸ਼ਨ ਤੇ ਲੀਡਰ ਚਾਹੁੰਦਾ ਹੀ ਹੈ, ਪ੍ਰਮੋਸ਼ਨ ਹੋਵੇ। ਨਹੀਂ, ਉਹ ਤੁਹਾਡੀ ਕਾਬਲੀਅਤ ਨਾਲ ਹੋਣੀ ਆ। ਪਾਰਟੀ ਨੇ ਬੜਾ ਕੁਝ ਦੇਖਣਾ। ਵੈਸੇ ਨਾ ਜ਼ਿਆਦਾਤਰ ਲੀਡਰ ਨੇ ਜਿਹੜੇ, ਮੈਂ ਜ਼ਿਆਦਾ ਨਹੀਂ ਕਹਿੰਦਾ, ਕਾਫੀ ਨੇ ਜਿਹਦੇ ਉਹ ਪਾਰਟੀ ਦੇ ਨਾਲ ਬਹੁਤ ਘੱਟ ਹੁੰਦੇ ਨੇ, ਉਹ ਟਿਕਟ ਨਾਲ ਹੁੰਦੇ ਨੇ। ਟਿਕਟ ਮਿਲ ਗਈ ਤਾਂ ਪਾਰਟੀ ਠੀਕ ਆ, ਜੇ ਨਹੀਂ ਮਿਲ ਗਈ ਤਾਂ ਪਾਰਟੀ ਮਾੜੀ ਆ। ਕਿੰਨੇ ਬਦਲਿਆ ਤੁਸੀਂ ਦੇਖ ਲਓ ਪਿਛਲੇ ਸਮੇਂ ਦੇ ਵਿੱਚ। ਸੋ ਅਸੀਂ ਜਿਹੜੀ ਸੋਚ ਲੈ ਕੇ ਚੱਲੇ ਆ ਵੀ ਤੁਹਾਡਾ ਕੋਈ ਸਟੈਂਡ ਹੋਣਾ ਚਾਹੀਦਾ। ਇਕੱਲੇ ਉਹਦੇ ਕੁਝ ਨਹੀਂ ਹੈਗੇ। ਮੇਰੀ ਪਾਰਟੀ ਟਿਕਟ ਕੱਟੂਗੀ ਫਿਰ ਪਤਾ ਲੱਗੂਗਾ ਪਾਰਟੀ ਦੇ ਨਾਲ ਆ। ਕੱਲ੍ਹ ਨੂੰ ਸਰਕਾਰ ਬਣਦੀ ਹੈ, ਜੇ ਪਾਰਟੀ ਮੈਨੂੰ ਕੋਈ ਅਹੁਦਾ ਨਹੀਂ ਦਊਗੀ ਫਿਰ ਪਤਾ ਲੱਗੂਗਾ ਪਾਰਟੀ ਦੇ ਨਾਲ ਆ ਕਿ ਨਹੀਂ ਨਾਲ ਆ। ਸੋ ਇਸ ਲਈ ਇੱਥੇ ਇਕੱਲੇ ਉਹਦੇ ਪਿੱਛੇ ਪਾਰਟੀ ਨਾਲ ਨਹੀਂ, ਸਰਕਾਰ ਬਣਦੀ ਹੈ ਤਾਂ ਅਸੀਂ ਸਾਰੇ ਮੁੱਖ ਮੰਤਰੀ ਹਾਂ। ਸੋ ਇਸ ਲਈ ਕੋਈ ਆਪਾਂ ਨੂੰ ਲਾਲਚ ਨਹੀਂ ਹੈਗਾ। ਪਾਰਟੀ ਪ੍ਰਧਾਨ ਦੇ ਨਾਲ ਹਰ ਗੱਲ ਧਿਆਨ ਦੇ 'ਚ ਲੈਂਦੀ ਹੈ। ਮੇਰੇ ਤੋਂ ਪਹਿਲਾਂ ਉਹਨਾਂ ਨੂੰ ਪਤਾ ਸੀਗਾ, ਉਹਨਾਂ ਨੂੰ ਪਤਾ ਸੀਗਾ ਵੀ ਤੁਹਾਨੂੰ ਇਹਨਾਂ ਨੇ ਸੰਪਰਕ ਕੀਤਾ। ਉਹਨੇ ਮੈਨੂੰ ਪੁੱਛਿਆ ਤਾਂ ਉਹਦੇ ਮਜ਼ਾਕ 'ਚ ਪੁੱਛਦੇ ਸੀ, ਕਹਿੰਦੇ ਮੈਂ ਹਾਂਜੀ ਕੀਤਾ ਜੀ। ਤੇ ਕਹਿੰਦੇ ਕੀ ਕਹਿੰਦੇ ਸੀ, ਕਹਿੰਦਾ ਮੈਂ ਇੱਦਾਂ ਦੀਆਂ ਗੱਲਾਂ ਕਰਦੇ, ਚਲੋ ਛੱਡੋ ਸੀ। ਉਹਨਾਂ ਨੂੰ ਪਤਾ ਹੀ ਆ ਵੀ ਸਾਡੇ ਵਫਾਦਾਰ ਨੇ, ਵੀ ਇਹਨਾਂ ਨੂੰ ਕੋਈ ਲੋੜ ਹੀ ਲਾਲਚ ਹੀ ਹੈ ਨਹੀਂ। ਜਦੋਂ ਕੋਈ ਨਾ ਆਪਾਂ ਨੂੰ ਡਰ ਆ ਨਾ ਕੋਈ ਲਾਲਚ ਆ, ਫਿਰ ਕੀ ਜਾਣਾ ਕਿੱਥੇ ਆ। ਲਾਲਚ ਤੇ ਬੰਦੇ ਕੋਲ 2 ਗੱਲਾਂ ਨਾਲ ਬੰਦਾ ਜਾਊਗਾ, ਜਾਂ ਉਹਨੂੰ ਕੋਈ ਡਰ ਹੋਊਗਾ, ਕਮੀ ਹੋਊਗੀ, ਜਾਂ ਕੋਈ ਲਾਲਚ ਹੋਊਗਾ। ਅਦਰਵਾਈਜ਼ ਜਿੱਥੇ ਬੈਠੇ ਆ ਆਪਦੇ ਘਰ ਵਰਗੀ ਰੀਸ ਤੁਹਾਨੂੰ ਕਿਤੇ ਵੀ ਸਤਿਕਾਰ ਨਹੀਂ ਮਿਲ ਸਕਦਾ। ਜਿਹਦੇ ਮਰਜ਼ੀ ਭੁਲੇਖਾ ਹੀ ਹੁੰਦਾ ਦੂਜੇ ਘਰਾਂ ਜਾ ਕੇ, ਜੋ ਤੁਹਾਨੂੰ ਇੱਜ਼ਤ ਆਪਦੇ ਘਰ 'ਚ ਮਿਲਦੀ ਆ ਤੇ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀ। ਸੋ ਅਸਲ ਸਾਡਾ ਇਹ ਪਰਿਵਾਰ ਹੈ, ਘਰ ਆ ਸਾਡਾ। ਲੋਕਾਂ ਦੀਆਂ ਜਿਹੜੇ ਮੇਰੇ ਨਾਲ ਵੀ ਲੋਕ ਨੇ ਨਾ, ਉਹ ਭੁਲੇਖਾ ਵੀ ਮੇਰੇ ਨਾਲ ਨੇ, ਉਹ ਪਾਰਟੀ ਨਾਲ ਵੀ ਬਹੁਤ ਨੇ, ਪਾਰਟੀ ਕਰਕੇ ਮੇਰੇ ਨਾਲ ਨੇ। ਸਾਡਾ ਬੇਸ, ਮੇਰਾ ਜਿਹੜੀ ਰਾਜਨੀਤਿਕ ਹੋਂਦ ਆ ਉਹ ਮੇਰੀ ਅਕਾਲੀ ਦਲ ਕਰਕੇ ਆ। ਐਵੇਂ ਭੁਲੇਖਾ ਪੈ ਜੇ ਬੰਦੇ ਨੂੰ, ਪਤਾ ਨਹੀਂ ਮੈਂ ਕੀ ਬਣ ਗਿਆ ਜਿਵੇਂ ਬਾਈ ਇਲੈਕਸ਼ਨ ਜਿੱਤ ਗਿਆ, ਕੋਈ ਭੁਲੇਖਾ ਨਹੀਂ ਹੈਗਾ। ਲੋਕ ਮੇਰੇ ਨਾਲ ਅਕਾਲੀ ਦਲ ਕਰਕੇ ਨੇ। ਠੀਕ ਆ, ਨਾਰਾਜ਼ਗੀਆਂ ਹੋ ਜਾਂਦੀਆਂ, ਪਾਰਟੀ ਨਾਲ ਵੀ ਹੋ ਜਾਂਦੀਆਂ, ਕਈ ਵਾਰ ਇੱਦਾਂ ਦੀਆਂ ਗੱਲਾਂ ਵੀ ਹੋ ਜਾਂਦੀਆਂ ਨੇ, ਕਈ ਵਾਰ ਅਸੀਂ ਲੋਕਾਂ ਦੀ ਪਾਰਟੀ ਨਹੀਂ ਪੂਰਾ ਉਤਰ ਸਕਦੀ, ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ, ਚੱਲਦੀਆਂ ਰਹਿੰਦੀਆਂ। ਉਹ ਆਪਣੇ ਨਾਲ ਰੋਸ ਵੀ ਹੁੰਦਾ ਰਹਿੰਦਾ, ਲੇਕਿਨ ਲੋਕ
ਇਸ ਹਲਕੇ ਦੇ ਲੋਕ ਨੇ ਜਿਹੜੇ ਉਹ ਅਕਾਲੀ ਦਲ ਦੇ ਨਾਲ ਨੇ ਤੇ ਮੇਰੀ ਜਿਹੜੀ ਵੀ ਹੋਂਦ ਹੈਗੀ ਆ ਉਹ ਅਕਾਲੀ ਦਲ ਕਰਕੇ ਆ। ਬਿਲਕੁਲ ਯਾਲੀ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ। ਇਹ ਸਨ ਮਨਪ੍ਰੀਤ ਸਿੰਘ ਯਾਲੀ, ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਔਰ ਦਾਅਵਾ ਕਰ ਰਹੇ ਨੇ ਕਿ ਜਿੰਨੀ ਕਾਂਗਰਸ ਮਜ਼ਬੂਤ ਹੋਗੀ ਉਨੀ ਹੀ ਇਹਨਾਂ ਦੀ ਜਿੱਤ ਦੇ ਰਾਹ ਜਿਹੜਾ ਪੱਧਰਾ ਹੋਏਗਾ, ਔਰ ਚੰਡੀਗੜ੍ਹ ਲੋਕ ਇਹਨਾਂ ਨੂੰ ਪਹੁੰਚਾਣਗੇ, ਯਾਨੀ ਕਿ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਦਾਖਾ ਦੇ ਲੋਕ ਇਹਨਾਂ ਨੂੰ ਜ਼ਰੂਰ ਪਹੁੰਚਾਣਗੇ। 10 ਮਾਰਚ ਨੂੰ ਨਤੀਜੇ ਇਹਨਾਂ ਦੇ ਹੱਕ ਦੇ ਵਿੱਚ ਹੀ ਆਣਗੇ। ਕੈਮਰਾਮੈਨ ਪ੍ਰਭਜੋਤ ਦੇ ਨਾਲ ਰਮਾਂਸ਼ੂ ਗਾਬਾ, ਦੈਨਿਕ ਸਵੇਰਾ ਟੀਵੀ, ਦਾਖਾ।